ਜੀ ਪੰਕਜ ਜੀ, ਜਿਸ ਤਰ੍ਹਾਂ ਤੁਹਾਡੇ ਨਾਲ ਗੱਲ ਹੋ ਰਹੀ ਸੀ ਪੀਕੇ ਜੀ ਨਾਲ ਵੀ, ਪੀਕੇ ਜੀ ਤੁਹਾਡਾ ਸੌਕਰ ਦੇ ਵਿੱਚ ਕੋਈ ਫੇਵਰੇਟ ਟੀਮ ਹੈ ਕਿ ਬਸ ਵੈਸੇ ਹੀ ਵਰਲਡ ਜੀ? ਮੈਂ ਫਰੰਟ ਰਾਈਟ ਆਊਟ ਦਾ ਪਲੇਅਰ ਹੈ ਜੀ, ਮੇਰੇ ਕੋਲ ਟਰਾਫੀ ਪਈ ਹੋਈ ਹੈ ਸਾਡੇ ਸਕੂਲ ਦੇ, ਵੀ ਵਨ ਦਿੱਲੀ ਰਾਈਟ ਆਊਟ ਫਰੰਟ ਦਾ ਮੈਂ ਪਲੇਅਰ ਸੀ ਜੀ ਫੁੱਟਬਾਲ ਦਾ, ਐਸੀ ਗੱਲ ਥੋੜਾ ਹੈਗੀ। थैंक यू बहुत मजा आ रहा है बात करके, और शुभ ਨੂੰ मैं ਕੰਪਲੀਮੈਂਟ ਦੇਣਾ ਚਾਹਨਾ ਔਰ ਤੁਹਾਨੂੰ ਨਾਲ ਦੇਣਾ ਚਾਹਨਾ ਕਿ ਤੁਸੀਂ ਇਸ ਤਰ੍ਹਾਂ ਐਕਸਪਰਟ ਲੈ ਕੇ ਆਂਦੇ ਹੋ ਔਰ ਬਹੁਤ ਚੰਗੇ ਤਰੀਕੇ ਨਾਲ ਉਹਨੇ ਸਾਨੂੰ ਸਮਝਾਇਆ। ਮੈਂ ਬਹੁਤ ਖੁਸ਼ੀ ਹੋਈ, ਉਹਨੇ ਵਰਡ ਇੱਕ ਇੱਕ ਵਰਡ ਦਾ ਮੋਤੀਆਂ ਵਾਂਗਣ ਸੀਗਾ ਜਦੋਂ ਕਹਿ ਰਹੇ ਸੀ ਸ਼ੁਭ ਅਬਾਊਟ ਰੋਨਾਲਡੋ ਐਂਡ ਮੈਸੀ ਐਂਡ ਦ ਟੀਮ ਵਰਕ ਕਿਸ ਤਰ੍ਹਾਂ ਕੰਮ ਕਰ ਰਹੀ ਹੈ, ਬਹੁਤ ਚੰਗਾ ਲੱਗਿਆ। ਮੇਰੇ ਕੰਪਲੀਮੈਂਟ ਨੂੰ ਤੁਹਾਨੂੰ ਵੀ, ਤੁਸੀਂ ਇਸ ਤਰ੍ਹਾਂ ਲੈ ਕੇ ਆਂਦੇ ਹੋ ਤੇ ਮੈਨੂੰ ਤਾਂ ਬੜਾ ਮਜ਼ਾ ਆਉਂਦਾ ਜੀ, ਸੱਚੀ ਗੱਲ ਹੈ। ਥੈਂਕ ਯੂ ਨਹੀਂ ਜੀ, ਬੜੀ ਇਹਨਾਂ ਦੀ ਕਵਰੇਜ ਪਸੰਦ ਕਰ ਰਹੇ ਨੇ ਸ਼ੁਭ ਜੀ, ਚਾਹੇ ਉਹ ਸੀ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਟਿਫ ਦੀ ਕਵਰੇਜ ਇਹਨਾਂ ਨੇ ਬੜੀ ਵਧੀਆ ਕੀਤੀ। ਸਾਰੇ ਇਹਨਾਂ ਨੇ 6 ਜਣਿਆਂ ਦਾ ਇਹਨਾਂ ਨੇ ਗਰੁੱਪ ਤਿਆਰ ਕੀਤਾ ਸੀ ਔਰ 6 ਦੇ 6 ਜਣਿਆਂ ਨੇ ਬਹੁਤ ਸੋਹਣੀ ਕਵਰੇਜ ਕੀਤੀ ਟਿਫ ਦੀ। ਹੁਣ ਵਰਲਡ ਕੱਪ ਦੇ ਵਿੱਚ ਸ਼ੁਭ ਆਪਣੇ ਐਕਸਪਰਟ ਕਮੈਂਟਸ ਜਿਹੜੇ ਦਿੰਦੇ ਨੇ, ਸੋ ਬਹੁਤ ਸ਼ੁਕਰੀਆ, ਥੈਂਕ ਯੂ ਪੀਕੇ ਜੀ। ਔਰ ਅਸੀਂ ਗੱਲਬਾਤ ਹੁਣ ਕਰਨ ਜਾ ਰਹੇ ਹਾਂ ਰੀਅਲ ਸਟੇਟ ਦੇ ਉੱਤੇ। ਸਰ ਜਦੋਂ ਅਸੀਂ ਸਵਿਚ ਕਰ ਰਹੇ ਹਾਂ, ਕਿਉਂਕਿ ਤੁਹਾਨੂੰ ਪਤਾ 10 ਤੋਂ 12 ਅਸੀਂ ਇੱਕ ਡਿਫਰੈਂਟ ਰੇਡੀਓ ਤੇ ਹੁੰਦੇ ਹਾਂ, ਹੁਣ ਅਸੀਂ ਇੱਥੇ ਇਸ ਰੇਡੀਓ ਤੇ ਆ ਜਾਂਦੇ, ਰੇਡੀਓ ਵਾਇਰ 99.9। ਇੱਕ ਕੰਸਰਨ ਇੱਕ ਲਿਸਨਰ ਦਾ ਹੈ, ਉਹਨਾਂ ਦਾ ਕਹਿਣਾ ਹੈ ਕਿ ਮੇਰਾ ਨਾਮ ਨਾ ਦੱਸਣਾ, ਪਰ ਪੀਕੇ ਜੀ ਨੂੰ ਪੁੱਛੋ ਕਿ ਜਿਹੜਾ ਮੌਰਗੇਜ ਹੁੰਦੀ ਆ, ਉਹ ਕਹਿੰਦੇ ਜੀ ਮੌਰਗੇਜ ਦੇ ਵਿੱਚ ਮਤਲਬ ਕਿ ਕਈ ਲੋਕ ਕੁਆਲੀਫਾਈ ਕਰਵਾ ਦਿੰਦੇ ਆ, ਹਾਲਾਂਕਿ ਕੁਆਲੀਫਾਈ ਉਹ ਨਹੀਂ ਹੋ ਸਕਦੇ ਸੀਗੇ, ਪਰ ਉਹ ਕਹਿੰਦੇ ਜੀ ਕਈ ਵਾਰ ਵੈਸੇ ਹੀ ਪੇਪਰ ਲਗਾ ਕੇ ਉਹ ਕਹਿੰਦੇ ਜੀ ਕੁਆਲੀਫਾਈ ਕਰਵਾ ਦਿੰਦੇ ਆ। ਉਹਦੇ ਨਾਲ ਕਹਿੰਦੇ ਜੀ ਜਿਹੜਾ ਫਿਰ ਰੇਟ ਹੈ ਘਰਾਂ ਦਾ ਉਹ ਅੱਗੇ ਵੱਧ ਰਿਹਾ। ਇਹ ਡਾਇਰੈਕਟ CRA ਤੋਂ ਕਿਉਂ ਨਹੀਂ ਲੈਂਦੇ ਜਿਹੜੇ ਬੈਂਕ ਨੇ? ਬਿਲਕੁਲ ਆਹੀ ਗਲਤੀ ਕੀਤੀ ਸੀ ਪਿਛਲੀ ਵਾਰ ਵੀ, CRA ਕੋਲ ਡਾਇਰੈਕਟ ਹੋਣਾ ਚਾਹੀਦਾ, ਜਦ ਕਿ ਤੁਹਾਨੂੰ ਯਾਦ ਹੋਗਾ ਕਿ ਇੱਕ ਸਾਡੇ ਲਿਸਟਰ ਨਾਰਾਜ਼ ਹੋ ਗਏ ਸੀਗੇ, ਫਿਰ ਤੇ ਬੰਦਾ ਬਿਲਕੁਲ ਹੀ ਨਹੀਂ ਲੈ ਪਾਏਗਾ। ਮਤਲਬ ਚੋਰੀ ਕਰਕੇ ਲੈਣਾ ਜ਼ਰੂਰੀ ਹੈਗਾ, ਮੈਨੂੰ ਸਮਝ ਨਹੀਂ ਆ ਰਹੀ ਇਹਨਾਂ ਦੀ ਗੱਲ ਦੇ ਉੱਤੇ ਬਿਲਕੁਲ ਫੁੱਲ ਚੜਾਣਾ ਜੀ। CRA ਦਾ ਕੰਟੈਕਟ ਹੋਣਾ ਚਾਹੀਦਾ ਹੈਗਾ, ਇਹ ਹੋਣਾ ਚਾਹੀਦਾ। ਵੱਡੀ ਐਸੋਸੀਏਸ਼ਨ ਮੈਂ ਨਾਮ ਨਹੀਂ ਲੈਣਾ ਚਾਹਾਂਗਾ, ਉਹ ਵੀ ਨਹੀਂ ਚਾਹੁੰਦੀਆਂ ਕਿ CRA ਕੋਲੋਂ ਸਿੱਧਾ ਲਿੱਤਾ ਜਾਏ, ਕਿਉਂਕਿ ਉਹ ਵੀ ਚਾਹੁੰਦੀਆਂ ਨੇ ਕਿ ਜੀ ਰੀਅਲ ਸਟੇਟ ਜਿਹੜੀ ਹੈਗੀ ਇਸ ਤਰ੍ਹਾਂ ਬੂਮ ਹੁੰਦੀ ਰਹੇ, ਵਿਚ ਇਜ਼ ਵੈਰੀ ਰੋਂਗ। ਇੱਕ ਫੇਅਰ ਪਲੇਗਰਾਉਂਡ ਬਣ ਜਾਂਦਾ ਹਰੇਕ ਵਾਸਤੇ ਸਰ, ਅਗਰ CRA ਕੋਲ ਰਿਪੋਰਟ ਸਿੱਧੀ ਆ ਜਾਂਦੀ ਹੈ ਔਰ ਗੌਰਮੈਂਟ ਕੋਲ ਇਨਕਮ ਵੀ ਸ਼ੁਰੂ ਹੋ ਜਾਂਦੀ ਹੈ, CRA ਕੋਲ ਵੀ ਇੱਕ ਪੈਸਾ ਆਉਣਾ ਸ਼ੁਰੂ ਹੋ ਜਾਂਦਾ, ਕਿਉਂਕਿ 200-300 200-300 ਜਿਹੜੇ ਵੀ ਉਹ ਲੈਂਦੇ ਨੇ। ਜਿਹੜਾ ਬੰਦਾ 8-9 ਲੱਖ ਮੌਰਗੇਜ ਲੈ ਰਿਹਾ, ਉਹਨੂੰ $200-300 ਦੇਣ ਨੂੰ CRA ਨੂੰ ਕੋਈ ਫਰਕ ਨਹੀਂ ਪੈਂਦਾ। ਤੇ ਇਹ ਬਹੁਤ ਜ਼ਰੂਰੀ ਹੈ ਸਰ, ਇਹ ਸਾਰਾ ਜਬ ਖਤਮ ਹੋ ਜਾਏਗਾ। ਪਰ ਦੇਖੋ ਕੀ ਹੁੰਦਾ ਹੈਗਾ, ਤੁਹਾਨੂੰ ਇਹ ਵੀ ਪਤਾ ਹੋਏਗਾ ਜਿਹੜਾ ਸਟ੍ਰੈਸ ਟੈਸਟ ਦੀ ਗੱਲ ਕਰ ਰਹੇ ਸੀ, ਉਹ ਵੀ ਉਹਨਾਂ ਨੇ ਇਹਨੂੰ ਰੋਕਤਾ ਹੈਗਾ। ਸਟ੍ਰੈਸ ਟੈਸਟ ਜਿਹੜੇ ਸੀ ਕਹਿ ਰਹੇ ਸੀਗੇ ਕਿ ਮਿਡਲ ਆਫ ਦਸੰਬਰ 30 ਦਸੰਬਰ ਤੱਕ ਮਿਡਲ ਤੱਕ ਇਹਦਾ ਫੈਸਲਾ ਲੈਣਗੇ। ਉਹਨਾਂ ਨੇ ਜਿਹੜੀ ਮੀਟਿੰਗ ਕੀਤੀ ਹੈ ਫਰਾਈਡੇ ਨੂੰ, ਉਹਦੇ ਅੰਦਰ ਉਹਨਾਂ ਨੇ ਕਹਿ ਦਿੱਤਾ ਹੈਗਾ ਕਿ ਵੀ ਉਹਨਾਂ ਨੇ ਮੀਟਿੰਗ ਕਰਕੇ ਡਿਸਾਈਡ ਗੱਲ ਕਰ ਲਈਏ, ਪਰ ਉਹਨਾਂ ਨੇ ਹਿੰਟ ਦੇ ਦਿੱਤਾ ਹੈਗਾ ਕਿ ਇਹਦੇ ਤੇ ਸ਼ਾਇਦ ਮੈਨੂੰ ਲੱਗਦਾ ਕਿ ਪੂਰਾ ਐਕਸ਼ਨ ਨਹੀਂ ਲੈਣਗੇ ਇਹ ਵਾਲਾ, ਉਹ ਵੀ ਗਲਤ ਹੈਗਾ। ਆਈ ਡੋਨਟ ਨੋ ਵਟ ਕੀ ਸਟ੍ਰੈਟਜੀ ਇਹਨਾਂ ਦੀ, ਮੈਨੂੰ ਨਹੀਂ ਸਮਝ ਆਈ, ਲੇਕਿਨ ਇਹਨਾਂ ਦਾ ਪੁਆਇੰਟ ਬਹੁਤ ਵੈਲਿਡ ਹੈ ਜੀ। ਅੱਛਾ ਪੰਕਜ ਜੀ, ਆਈ ਸਟਾਰਟ ਵਿਦ ਯੂ, ਔਰ ਤੁਹਾਡੇ ਦੋਨਾਂ ਲਈ ਇਹ ਕੁਐਸਚਨ ਹੈ, ਤੁਹਾਡੇ ਦੋਨਾਂ ਲਈ ਸਰ। ਅੱਗੇ ਕੀ ਸੀਗਾ ਨਾ, ਜੇ ਅੱਜ ਤੋਂ ਮੈਂ 20 ਸਾਲ ਪਹਿਲਾਂ ਕੰਪੇਅਰ ਕਰਾਂ ਕਿ ਜਦ ਅਸੀਂ ਕੈਨੇਡਾ 'ਚ ਆਉਂਦੇ ਸੀਗੇ ਤੇ ਹਰ ਚੀਜ਼ ਏਦਾਂ ਲੱਗ ਰਹੀ ਸੀਗੀ ਕਿ ਹਰ ਚੀਜ਼ ਸਾਡੇ ਅਪਰੋਚ ਦੇ ਵਿੱਚ ਹੈ, ਹਰ ਚੀਜ਼ ਕਿ ਚਾਹੇ ਜੇ ਬੰਦੇ ਨੇ ਗੱਡੀ ਲੈਣੀ ਹੈ, ਬੰਦੇ ਨੂੰ ਪਤਾ ਹੈ ਕਿ ਅਸੀਂ ਗੱਡੀ ਲੈ ਸਕਦੇ ਹਾਂ, ਕਿਸ਼ਤਾਂ ਤੇ ਲੈ ਰਹੇ ਹਾਂ, ਜਿੱਦਾਂ ਵੀ ਲੈ ਰਹੇ ਹਾਂ, ਗੱਡੀ ਲੈ ਹੋ ਰਹੀ ਸੀਗੀ। ਘਰ ਜਿਹੜਾ ਸੀਗਾ ਕਿ ਉਹ ਪਤਾ ਸੀਗਾ ਕਿ ਕੋਈ 3 ਸਾਲ 'ਚ ਲੈ ਰਿਹਾ, ਕੋਈ 4 ਸਾਲ, ਕੋਈ 5-6 ਮਤਲਬ 3 ਸਾਲ ਤੋਂ ਲੈ ਕੇ 5-6 ਸਾਲ 'ਚ ਆਮ ਜ਼ਿਆਦਾਤਰ ਲੋਕ ਘਰ ਵੀ ਲੈ ਲੈਂਦੇ ਸੀਗੇ। ਗਰੋਸਰੀ ਦੇ ਜਿਹੜੇ ਪ੍ਰਾਈਸਿਸ ਸੀਗੇ ਉਦੋਂ ਇੰਨੇ ਕੁ ਮਾਲੂਮ ਨਹੀਂ ਸੀ ਹੁੰਦੇ ਕਿ ਗਰੋਸਰੀ ਲੈ ਕੇ ਆਉਂਦਾ ਸੀ ਬੰਦਾ ਬਈ $100 ਦੇ ਵਿੱਚ ਕਾਟ ਭਰ ਜਾਇਆ ਕਰਦੀ ਸੀ ਗਰੋਸਰੀ ਦੇ ਪ੍ਰਾਈਸ। ਮਤਲਬ ਏਦਾਂ ਨਹੀਂ ਸੀ ਕਿ ਬਈ ਅਸਮਾਨ ਛੂ ਰਹੇ ਨੇ। ਗੈਸ ਫਿਲ ਕਰਾਉਣੀ ਹੈ ਤੇ ਠੀਕ ਹੈ, ਸਾਰਾ ਮਾਮਲਾ ਠੀਕ ਚੱਲ ਰਿਹਾ। ਹੁਣ ਕਿਤੇ ਨਾ ਕਿਤੇ ਏਦਾਂ ਲੱਗਦਾ ਹੈ ਕਿ ਨਹੀਂ, ਇਹ ਉਹ ਜਿਹੜਾ ਆਮ ਜਿਹੜਾ ਕੈਨੇਡੀਅਨ ਹੈ ਉਹਦੇ ਲਈ ਹਰ ਚੀਜ਼ ਹੀ ਗਰੋਸਰੀ ਦੇ ਪ੍ਰਾਈਸਿਸ ਦੇਖ ਕੇ ਬੰਦਾ ਚੌਕਸ ਹੋ ਜਾਂਦਾ ਕਿ ਗਰੋਸਰੀ ਦੇ ਇੰਨੇ ਪ੍ਰਾਈਸਿਸ, ਅੱਛਾ ਗੈਸ ਪਾਉਣੀ ਹੈ ਉਹ ਵੀ ਮਹਿੰਗੀ ਹੈ, ਹਰ ਚੀਜ਼ ਮਤਲਬ ਕੋਈ ਕੰਮ ਤੁਸੀਂ ਘਰ ਦਾ ਕਰਵਾਉਣਾ ਉਹ ਵੀ ਬੜਾ ਮਹਿੰਗਾ, ਹਰ ਚੀਜ਼ ਮਹਿੰਗੀ, ਗੱਡੀ ਥੋੜੀ ਜਿਹੀ ਦਿੱਕਤ ਹੈ, ਘਰ ਵੀ ਲੱਗ ਰਿਹਾ। ਲੇਕਿਨ ਦੂਸਰੀ ਤਰਫ ਅਸੀਂ ਇਹ ਵੀ ਦੇਖਦੇ ਹਾਂ, ਮੈਂ ਇੱਕ ਆਸਪੈਕਟ ਹੋਰ ਬੜਾ ਇੰਟਰਸਟਿੰਗ ਆਸਪੈਕਟ ਹੈ, ਦੋਨਾਂ ਦੇ ਵਿਚਾਰ ਲਾਂਗਾ। ਦੂਸਰਾ ਆਸਪੈਕਟ ਅਸੀਂ ਇਹ ਵੀ ਦੇਖਦੇ ਹਾਂ ਕਿ ਕਈ ਲੋਕ ਜਿਹੜੇ ਖਰਚਾ ਕਰ ਰਹੇ ਨੇ, ਯਾਨੀ ਕਿ ਜਿਹੜੇ ਲੋਕ ਅਮੀਰ ਨੇ ਉਹ ਹੋਰ ਜ਼ਿਆਦਾ ਉਹਨਾਂ ਦੀ ਜਿਹੜੀ ਪੈਸਾ ਉਹਨਾਂ ਦਾ ਗਰੋ ਹੋ ਰਿਹਾ ਬੜੀ ਤੇਜ਼ੀ ਨਾਲ, ਉਹ ਅਮੀਰ ਹੋਰ ਤੇਜ਼ੀ ਨਾਲ ਹੁੰਦੇ ਚਲੇ ਜਾ ਰਹੇ ਨੇ। ਚਾਹੇ ਉਹਨਾਂ ਨੇ ਪ੍ਰੋਪਰਟੀਜ਼ ਦੇ ਵਿੱਚ ਬੜਾ ਕਈ ਪੈਸਾ ਬਣਾ ਲਿਆ, ਗੱਡੀਆਂ ਤੁਸੀਂ ਅੱਜ ਜਾ ਕੇ ਦੇਖੋ ਲਗਜ਼ਰੀ ਵਹੀਕਲ ਮਾਰਕੀਟ ਦੇ ਵਿੱਚ ਮਿਲਦੀ ਨਹੀਂ ਹੈ। ਜੇ ਮਹਿੰਗੀ ਗੱਡੀ ਕਿਸੇ ਨੇ ਲੈਣੀ ਹੋਵੇ ਕਿੱਥੇ ਮਿਲਦੀ ਹੈ? ਹੁਣੇ ਪੀਕੇ ਜੀ ਪਿਛਲੇ ਪ੍ਰੋਗਰਾਮ 'ਚ ਹੀ ਦੱਸ ਰਹੇ ਸੀਗੇ ਕਿ ਏਅਰਲਾਈਨ ਦੀਆਂ ਟਿਕਟਸ ਤੁਸੀਂ ਦੇਖੋ, ਏਅਰਲਾਈਨ ਦੀਆਂ ਟਿਕਟਾਂ ਬੇਤਹਾਸ਼ਾ, ਸਿਨੇਮਾ ਹਾਲ ਚਲੇ ਜਾਓ ਉੱਥੇ ਖਰਚਾ। ਸੋ ਅਮੀਰ ਜਿਹੜਾ ਤੇ ਪੈਸੇ ਜਿਹਦੇ ਕੋਲ ਹੈ
ਅਮੀਰ ਹੋਰ ਅਮੀਰ ਹੁੰਦਾ ਚਲਾ ਜਾ ਰਿਹਾ, ਜਿਹੜੇ ਲੋਕ ਆਮ ਜਿਹੜੇ ਮਿਡਲ ਕਲਾਸ ਦੇ ਆ ਉਹਨਾਂ ਦੀ ਅਫੋਰਡੇਬਿਲਿਟੀ ਇਰੋਡ ਹੁੰਦੀ ਚਲੀ ਜਾ ਰਹੀ ਹੈ। ਐਸਾ ਮੈਨੂੰ ਲੱਗਦਾ। ਤੁਸੀਂ ਦੋਨੋਂ ਆਪਣੇ ਵਿਚਾਰ ਦਿਓ ਜੀ। ਪੰਕਜ ਜੀ, ਸਟਾਰਟਿੰਗ ਵਿਦ ਯੂ। ਜੀ ਬਿਲਕੁਲ ਜੀ, ਤੁਸੀਂ 100% ਸਹੀ ਹੋ, ਕਿਉਂਕਿ ਸਿਚੁਏਸ਼ਨ ਇਸ ਤਰ੍ਹਾਂ ਦੀ ਬਣਦੀ ਜਾ ਰਹੀ ਹੈ, ਜਿਹੜਾ ਗੈਪ ਹੈ ਇਹ ਵੱਧਦਾ ਚਲਾ ਜਾ ਰਿਹਾ। ਜਿਵੇਂ ਬਾਕੀ ਕੰਟਰੀਆਂ 'ਚ ਵੀ ਹੁੰਦਾ ਹੈ, ਸਾਡੀ ਕੰਟਰੀ 'ਚ ਪਹਿਲਾਂ ਇਹ ਸਿਚੁਏਸ਼ਨ ਇੰਨੀ ਜ਼ਿਆਦਾ ਨਹੀਂ ਸੀਗੀ, ਇੰਨੇ ਜ਼ਿਆਦਾ ਅਮੀਰ ਲੋਕ ਨਹੀਂ ਸੀਗੇ, ਲੇਕਿਨ ਹੁਣ ਕੀ ਹੋ ਰਿਹਾ ਹੈ ਕਿ ਬਿਜ਼ਨਸ ਬਹੁਤ, ਜਿਵੇਂ ਹਰ ਕੋਈ ਬਿਜ਼ਨਸ ਕਰਨਾ ਚਾਹ ਰਿਹਾ ਆਪਦਾ, ਇਹ ਸਾਰੀਆਂ ਚੀਜ਼ਾਂ ਨੇ। ਅਗਰ ਤੁਸੀਂ 2018-17 ਵੀ ਲੈ ਲਓਗੇ ਯੁਜ਼ਵੀਰ ਜੀ, ਤਾਂ ਵੀ ਥੋੜਾ ਜਿਹਾ ਕੀ ਸੀਗਾ ਮੇਰੇ ਖਿਆਲ। ਇਨਫਲੇਸ਼ਨ ਨੇ ਕੁਝ ਜਿਹੜੀਆਂ ਵੀ ਚੀਜ਼ਾਂ ਤੁਸੀਂ ਉਹਨੇ ਕਹੀਆਂ ਨੇ ਮਹਿੰਗੀਆਂ ਹੋਈਆਂ ਪਈਆਂ ਨੇ ਬਿਕੋਜ਼ ਆਫ ਇਨਫਲੇਸ਼ਨ। ਐਕਚੁਅਲੀ ਅਗਰ ਇਹ 2% ਤੇ ਵਾਪਸ ਇਨਫਲੇਸ਼ਨ ਆ ਜਾਵੇ, ਸੈਲਰੀ ਉਹਨੂੰ ਕੈਚਅਪ ਕਰ ਜਾਵੇ, ਜਿਹੜੀ ਇਨਕਮ ਜਿਹੜੀ ਹੈ ਕੈਚਅਪ ਕਰ ਜਾਵੇ, ਤਾਂ ਅਸੀਂ ਹੋਰ ਸਿਚੁਏਸ਼ਨ 'ਚ ਆ ਸਕਦੇ ਹਾਂ। ਲੇਕਿਨ ਹੁਣ ਥੋੜਾ ਜਿਹਾ ਉਹ ਡਿਫਿਕਲਟ ਲੱਗਦਾ ਜਾ ਰਿਹਾ ਕਿ ਜਿਹੜੇ ਲੋਕ ਸੰਭਲ ਨਹੀਂ ਪਾਉਣਗੇ, ਜਿਹੜੇ ਲੋਕ ਅਗਲੇ ਸਾਲ ਦੁਖੀ ਹੋਣਗੇ, ਜਿਨ੍ਹਾਂ ਨੇ ਆਪਦੀ ਚੱਦਰ ਤੋਂ ਬਾਹਰ ਪੈਰ ਪਸਾਰੇ ਸੀਗੇ। ਪਹਿਲਾਂ ਤੁਸੀਂ ਜਿਵੇਂ ਗੱਲ ਕਰ ਰਹੇ ਹੋ ਨਾ ਵੀਰ ਜੀ, ਅਲੱਗ ਸਿਚੁਏਸ਼ਨ ਵੀ ਅਲੱਗ ਸੀ, ਕਿਉਂਕਿ ਉਸ ਲਈ ਕੀ ਹੁੰਦਾ ਸੀ ਸਰ, ਘਰੇ ਇੱਕ ਟੈਲੀਫੋਨ ਲੱਗਿਆ ਹੁੰਦਾ ਸੀਗਾ, ਕੋਈ ਮੋਬਾਈਲ ਫੋਨ ਇੰਨੇ ਜ਼ਿਆਦਾ ਪੋਪੂਲਰ ਨਹੀਂ ਸੀ। ਹੁਣ ਤਾਂ ਜੇਬ 'ਚ ਦੋ ਪਾ ਕੇ ਫਿਰਦੇ ਆ। ਹਰ ਕਮਰੇ 'ਚ ਟੀਵੀ ਨਹੀਂ ਹੁੰਦਾ ਸੀਗਾ ਉਦੋਂ, ਸੋ ਇੱਕ ਟੀਵੀ ਹੁੰਦਾ ਸੀਗਾ। ਕੇਬਲ ਟੀਵੀ ਦੇ 2-2 4-4 ਕਨੈਕਸ਼ਨ ਨਹੀਂ ਲੈਣੇ ਪੈਂਦੇ ਸੀਗੇ। ਵਾਈਫਾਈ ਦਾ 1 GB ਦਾ ਡੇਟਾ ਨਹੀਂ ਚਾਹੀਦਾ ਹੁੰਦਾ ਸੀ ਸਾਨੂੰ, ਅਸੀਂ 250 MB 'ਚ ਕੰਮ। ਸੋ ਸਾਡੇ ਖਰਚੇ ਵੀ ਘੱਟ ਸੀ। ਸਾਡੀਆਂ ਜਿਹੜੀਆਂ ਨੀਡਸ ਨੇ, ਉਹ ਸਾਡੀਆਂ ਜਿਹੜੀਆਂ ਚੀਜ਼ਾਂ ਜਿਸ ਤਰ੍ਹਾਂ ਅਸੀਂ ਯੂਜ਼ ਕਰਦੇ ਹਾਂ ਅੱਜ ਦੀ ਡੇਟ 'ਚ, ਉਹ ਹੁੰਦੀਆਂ ਹੀ ਨਹੀਂ ਸੀਗੀਆਂ ਪਹਿਲਾਂ। ਇੱਕ ਘਰੇ ਕੰਪਿਊਟਰ ਰੱਖਿਆ ਹੁੰਦਾ ਸੀ ਸਾਈਡ ਤੇ, ਇੱਕ ਟੇਬਲ ਤੇ, ਸਾਰੇ ਯੂਜ਼ ਕਰ ਲੈਂਦੇ ਸੀਗੇ। ਹੁਣ ਹਰੇਕ ਦੇ ਕਮਰੇ 'ਚ 2-2 ਲੈਪਟਾਪ ਪਏ ਨੇ, ਇੱਕ ਆਈਪੈਡ ਅਲੱਗ ਤੋਂ ਪਿਆ ਹੈ। ਆਈਫੋਨ ਵੀ ਚਾਹੀਦਾ, ਉਸ ਲਈ ਆਈਫੋਨ ਵੀ ਨਹੀਂ ਹੁੰਦਾ ਸੀਗਾ। ਸੋ ਅਸੀਂ ਮੋਟਰੋਲਾ ਨਾਲ ਹੀ ਬਲੈਕਬੈਰੀ ਨਾਲ ਕੰਮ ਚਲਾ ਲੈਂਦੇ ਸੀ। ਹੁਣ ਅਸੀਂ $2,000 ਦੇ ਤਾਂ ਫੋਨ ਖਰੀਦ ਰਹੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਜਿਵੇਂ ਜਿਵੇਂ ਸੋਸਾਇਟੀ 'ਚ ਇਹ ਚੀਜ਼ਾਂ ਵਧੀਆਂ ਨੇ, ਨੀਡਸ ਵੀ ਵਧੀਆਂ ਨੇ, ਉਹ ਨੀਡਸ ਨੇ ਸਾਨੂੰ ਐਕਚੁਅਲੀ ਗਰੀਬ ਬਣਾ ਦਿੱਤਾ। ਮੈਂ ਇਹ ਕਹਿਣਾ ਚਾਹੁੰਦਾ ਸਰ। ਮੈਂ ਨਾ ਇਹਨੂੰ ਹੋਰ ਵੀ ਕਹਿ ਦਿਆਂਗਾ ਥੋੜਾ ਜਿਹਾ ਚੇਂਜ, ਨੀਡ ਨੂੰ ਵੀ ਚੇਂਜ ਕਰਕੇ ਵਾਂਟ ਕਰ ਦਿਓ। ਨੀਡ ਦੇ ਤੇ ਆਦਮੀ ਮੈਨੂੰ ਇਹਨੂੰ ਵਾਂਟ ਕਰ ਦਿਓ। ਮੈਂ ਇਸ ਤੋਂ ਵੀ ਪੁਰਾਣੀ ਗੱਲ ਤੇ ਜਾਣਾ, ਜਦ ਮੈਂ ਛੋਟਾ ਸੀਗਾ, ਅਸੀਂ ਕਦੀ ਛੱਪਰੇ ਦੀ ਨਹੀਂ ਸੋਚ ਸਕਦੇ ਸੀਗੇ ਕਿ ਸਾਡੇ ਕੋਲ ਇੱਕ ਸ਼ੂ ਦਾ ਪੇਅਰ ਹੈਗਾ, ਅਸੀਂ ਹੋਰ ਲੈ ਲਾਂਗੇ। ਕਦੀ ਮਾਂ ਨੂੰ ਕਹਿ ਦੇਣਾ ਕਿ ਮੰਮੀ ਜੀ ਸ਼ੂ ਪਿਆਰ ਨਾਲ ਮੋਇਆ ਤੇ ਕੋਲ ਹੈਗੇ ਸਹੀ, ਉਹ ਕਿਸੇ ਨੇ ਥੱਲੇ ਹੀਲ ਲਗਵਾ ਦੇਣੀ। ਚੱਪਲ ਜਿਹੜੀ ਟੁੱਟ ਗਈ ਤਾਂ ਉਹਦੇ ਅੱਗੇ ਉਹ ਮੋਚੀ ਕੋਲੋਂ ਆਪਣਾ ਸਟੈਪ ਲਗਾ ਦੇਣਾ ਛੋਟਾ ਜਿਹਾ। ਪਰ ਅਸੀਂ ਬਦਲਣ ਦੀ ਇੱਕ ਆਉਣ ਦੇ ਬਾਅਦ ਦੂਜੇ ਦੀ ਗੱਲ ਹੀ ਨਹੀਂ ਕਰਦੇ ਸੀ। 2-3 ਪੈਂਟਾਂ ਹੁੰਦੀ ਸੀ, 2-4 ਨਿਕਰਾਂ ਹੁੰਦੀ ਸੀ, ਉਹਦੇ ਬਾਅਦ ਕੋਈ ਸੋਚ ਹੀ ਨਹੀਂ ਸਕਦੇ ਸੀ। ਇੱਥੇ ਤੇ ਵਾਰਡਰੋਬ ਬਦਲਣ ਦੀ ਗੱਲਾਂ ਹੋ ਜਾਂਦੀਆਂ ਨੇ। ਪੂਰਾ ਵਾਰਡਰੋਬ ਬਦਲੋ ਜੀ, $50,000 ਖਰਚ ਕਰਤਾ, ਪੂਰਾ ਵਾਰਡਰੋਬ ਨਹੀਂ ਆਏਗਾ। ਉਹ ਪੁਰਾਣਾ ਕਿਤੇ ਜਾਏਗਾ, ਡੋਨੇਸ਼ਨ ਨਹੀਂ ਚੱਲ ਜਾਏਗਾ। ਸਾਡੀ ਜਿਹੜੀ ਵਾਂਟਸ ਹੈਗੀਆਂ ਨੇ ਨਾ, ਉਹਨਾਂ ਨੇ ਸਾਡੀ ਨੀਡਸ ਨੂੰ ਪਿੱਛੇ ਕਰ ਮਾਰਿਆ। ਔਰ ਜਿਹਨੂੰ ਕਹਿੰਦੇ ਕਿ ਇਹ ਸਾਰਾ ਕੁਝ ਦੇਖਣ ਨੂੰ ਮਿਲ ਰਿਹਾ। ਦੇਖੋ ਨਾ, ਨੈਟ ਵਰਥ कैपिटल फैल 3.8% थर्ड क्वार्टर अंदर। नैटवर्थ इन्नी गिर गई, डिस्पोजेबल इनकम 0.8 वध रही है, और जो लोन जो ने डेट जो ने 1.2%। क्यों हो रहे हैं? क्योंकि वही वाली गल, थोड़ी वाली गल नीड एंड वांट, असं लोग बदल देने, ले लेने, ले लो, वो सब खुद करो ना करो, वो घर वाले नहीं छड्डदे। वो जो नवा फोन आ गया जो तुसीं गल कर रहे हो, वो 12 ਨੂੰ ਕੀ ਕਰਨਾ, ਹੁਣ 13 ਨੂੰ 14 ਲੈ ਲਓ, 14 ਅੰਦਰ ਵੀ ਪ੍ਰੋ ਦੇ ਪਤਾ ਅਸੀਂ ਲਈਏ ਨਾ ਲਈਏ, ਬੱਚੇ ਨਹੀਂ ਛੱਡਦੇ, ਉਹੀ ਲਾ ਕੇ ਦੇ ਦਿੰਦੇ ਨੇ। ਨਹੀਂ ਜੀ ਲੋ ਜੀ, ਪਿੱਛੇ ਆ ਜਾਓਗੇ। ਪਤਾ ਨਹੀਂ ਕਿਹੜਾ ਕੰਪੀਟੀਸ਼ਨ ਹੈ, ਮੈਨੂੰ ਇਹ ਨਹੀਂ ਸਮਝ ਆ ਰਿਹਾ। ਬਲਕਿ ਸਿਰ ਤੇ ਯਾ ਭਾਰਤ ਖੜਾ ਹੋ ਗਿਆ। ਬਲਕਿ ਮੈਂ ਸੱਚ ਦੱਸਾਂ, ਉਹ ਫੋਨ 14 ਆਇਆ ਤੇ ਯਬ ਟੈਨਸ਼ਨ ਹੋ ਗਈ। ਹੁਣ ਡਾਟਾ ਚੇਂਜ ਕਰੋ, ਇਹ ਡਿਲੀਟ ਕਰੋ, ਉਹ ਕਰੋ, ਫਲਾਣਾ ਕਰੋ। ਮੈਂ ਕਹਿੰਦਾ ਮੈਨੂੰ ਅੱਜ ਬਾਅਦ ਕੋਈ ਜਿੱਦ ਨਹੀਂ ਕਰੇਗਾ, ਮੇਰਾ ਉਹੀ ਪੁਰਾਣਾ ਫੋਨ ਬੜਾ ਵਧੀਆ ਹੈਗਾ। ਸਾਰਾ ਕੁਝ ਲੈ ਕੇ ਜਾਓ तो 2 लगे, टेंशन बनी हुई है, टाइम अलग वेस्ट हो रहा है। फोन में तो कोई शक्ल नजर नहीं है, कोई फर्क ही नजर नहीं आ रहा। कोई कैमरा अंदर ही कैमरा एक्स्ट्रा है या 10 कैमरे एक्स्ट्रा हो जाए, सारे कम हो रहे हैं। तो असी ने खुद ही अपने पैरों में लगता है कुल्हाड़ी मार ली है सर। हाँ जी, बड़ा ये भी इंटरस्टिंग तुसी गल शेयर कर दी है कि कई ना किते जो असीं ये सारियां चीज़ां करते हैं कंप्लेन, और पीके जी तुसीं अज पुरानी याद करवा दी। वाकई ये कोई दो राय नहीं है कि इंडिया दे विच जिहड़े मोची हुंदे सी ना, अपना जो शू हुंदा सीगा, मतलब इत्थे तां हल्का जिहा शू, मतलब सानू लगे भी हजे भी हल्की जी कोई चीज़ हो रही है तो असीं शू खत्म कर दिंदे आ ओनू। इंडिया दे विच वो अपने वो वाकई तुहाडी गल सही है, हील लगवा दिंदे सीगे जी, ये थल्लों हो रही है सामने ओनू तला किहा जांदा सी, फ्रंट ओनू ਉਹ ਲਗਾ ਦਿੰਦੇ ਸੀਗੇ, ਤਲਾ ਕਹਿੰਦੇ ਸੀ, ਹੀਲ ਲੱਗ ਜਾਂਦੀ ਸੀ, ਔਰ ਸਿਲਾਈ ਹੁੰਦੀ ਸੀਗੀ। ਵਾਕਈ ਮੁੱਚੀ ਜਿਹੜੇ ਹੁੰਦੇ, ਇੱਥੇ ਉਹ ਕਨਸੈਪਟ ਹੀ ਨਹੀਂ, ਇੱਥੇ ਤਾਂ ਫਟਾਫਟ ਕਨਸੈਪਟ ਹੀ ਨਹੀਂ ਹੈਗਾ ਸਰ। ਉਹ ਜਿਸ ਤਰ੍ਹਾਂ ਕਹਾਣੀ ਹੈ ਨਾ ਜੀ, ਉਹ ਵਾਈਫ ਕਹਿੰਦੀ ਹਸਬੈਂਡ ਨੂੰ ਕਿ ਹਸਬੈਂਡ ਕਹਿੰਦਾ ਆਦਮੀ ਨੂੰ ਕਿ ਔਰਤ ਕਹਿੰਦੀ ਖਾਣਾ ਤਿਆਰ ਹੈ, ਖਾਓਗੇ? ਕਹਿੰਦਾ ਚੋਇਸ ਕੀ ਹੈ? ਉਹ ਕਹਿੰਦੀ ਖਾਣਾ ਜਾਂ ਨਹੀਂ ਖਾਣਾ, ਇਹ ਚੋਇਸ ਹੈ। ਤੇ ਉਹ ਪੁਰਾਣੇ ਜ਼ਮਾਨੇ 'ਚ ਇਹੀ ਹੁੰਦਾ ਸੀਗਾ, ਸ਼ੂ ਲੈ ਦਿਓ ਬਈ, ਬਰਾਊਨ ਜਾਂ ਬਲੈਕ ਕੀ ਲੈਣਾ,
चॉइस एक लेना क्या लेना दस दे, काला ले ले क्योंकि काला हर एक नाल चल जाएगा, ब्राउन हर एक नाल नहीं चलेगा, इशू के स्कूल भी वही बाकी चले जाते सीगे, चॉइस ही नहीं सीगी जी। बिल्कुल। हाँ जी, नेक्स्ट कॉल जी कमलेश पांडे जी, तुसी आंदे रहो कमलेश जी। हाँ जी, नमस्कार सबको। अच्छा डिस्कशन चल रहा है, लेकिन मुझे कुछ ऐसा लग रहा है कि वर्ल्ड में रिसोर्सेज सब चीज के कम हो रहे हैं, जैसे लैंड, एग्रीकल्चर, वाटर, सब रिसोर्सेज। उसकी वजह से भी तो महंगाई बढ़ती है ना, कंजप्शन बढ़ता है। रिसोर्सेज, नेचुरल रिसोर्सेज की मैं बात कर रहा हूँ, मैन मेड रिसोर्सेज की नहीं। नेचुरल रिसोर्सेज बहुत कम हो रहे हैं, देखो आप हर एक चीज में, राइट। तो उसकी वजह से भी तो महंगाई बढ़ती जाती है, और उसकी वजह से कंजप्शन बढ़ गया है और सप्लाई नहीं है ना, तो उसकी वजह से। और दूसरा, सब्बरवाल साहब आपने जो बोला कि जूते अपने रिपेयर कराते, वर्ल्ड के किसी कॉर्नर में आज वो प्रैक्टिस चली रही है, अपने इसमें से बाहर आ गए, मतलब नॉर्थ अमेरिका, यहाँ पे वो नहीं हो रहा है। अदरवाइज आप देखो तो वर्ल्ड के अपने इंडिया में गांव में जाओगे तो लोग जूते रिपेयर करा के अभी भी जीते हैं। बहुत कम है जी, बहुत कम होता जा रहा है। यू आर राइट, एक्चुअली वो बहुत कम होता जा रहा है। जी जी जी। देखो मेरे फादर थे ना, उनकी जो पैंट होती थी पुरानी, उसमें से हमारी चड्डियां बन जाती थी। हाँ, हमारी निकर बनती थी। हमारी चड्डी जब फट जाती थी उसमें से थैली बन जाती थी, उसमें से हम ग्रोसरी करते थे, एक थैली 3 पीढ़ी तक चलती थी। अब आप देखो कंजप्शन, मतलब नेचुरल रिसोर्सेज कम होते जा रहे हैं, इसकी वजह से महंगाई बहुत बढ़ जा रही है, वो भी एक सही बात है। एग्रीकल्चर बहुत कम हो रहा है, एग्रीकल्चर लैंड कम हो रही है, फार्मिंग कम हो रहा है, लोग फार्मिंग में से टेक बिजनेस में ज्यादा जा रहे हैं, फार्मिंग लेबर कम हो रही है। तो मुझे लगता है ये वन ऑफ द रीजन होना चाहिए, या बाकी आपका जो विचार है? नहीं, मेरा ख्याल है सर कि नहीं, आवश्यकता आविष्कार की जननी है, आवश्यकता आविष्कार की जननी है। जो हमारी जरूरतें हैं उनकी वजह से एग्रीकल्चर प्रोड्यूस 12 गुना बढ़ा है सर। 1 एकड़ में अगर 2.5 मन अनाज होता था तो 1 एकड़ में आजकल 20-20 मन अनाज होता है। तो ये तो ऐसी बात नहीं, आविष्कार भी साथ साथ हो रहे हैं। अब जो उस दिन जो अभी परसों आया था, जो ब्रिटिश में उन्होंने किया है कि भाई एनर्जी को कंजम्पशन कम होगी और मल्टीप्लाई करके ज्यादा वो प्रोड्यूस करेंगे। फ्यूजन किसकी फ्यूजन एनर्जी जो है, अब देखो फ्यूजन एनर्जी का जो आया था, अब देखो ना, यही तो है आवश्यकता आविष्कार की जननी है। पर मेरे ख्याल से हम लोगों की ना आंखें जरा ज्यादा फट गई। और दूसरा क्या है, इसमें बिजनेस घुस जाता है ना, उसमें वो दिखाते हैं कि आपके पास ये चीज नहीं है, आपको लेनी है। जैसे कैनेडियन टायर से कुछ चीज अपने लेके निकलते हैं ना, तो नीचे रिसीप्ट में लिखा होता है कि हाउ मच यू सेव टुडे, कितना स्पेंड किया नहीं, यू सेव $5 टुडे। तो आपकी मेंटालिटी पूरी चेंज हो रही है। ये लोग आपको प्रेशर कर रहे हैं कि आपको ये चीज चाहिए, राइट। उसकी वजह से ये वांट एंड नीड के बीच में अपने फंस गए हैं कि क्या अपने को चाहिए नहीं चाहिए। लाइफ खत्म होने आ रही है, लेकिन नक्की नहीं कर सकते कि इसमें से अपने को क्या चाहिए क्या नहीं चाहिए। और नॉर्थ अमेरिका तो पूरा मटेरियल वर्ल्ड है, भरा पड़ा। मेरे पास एक बड़े भारी बिगड़े हुए भी मेरे पास कोई बहुत रईस जाने के बच्चे कई बार आते हैं, तो हम तो चलो रेस्टोरेंट में जाके हम लोग फिर भी 2-4 चीजें 5 चीजें मंगा के पूरी वैरायटी खाते हैं। तो अगले भाई साहब क्या करते हैं कि ये भी खाना, ये भी खाना, ये भी खाना, ये भी खाना, 5 चीजें। मैंने कहा भाई 5 चीज तो हम सारे बैठ के भी नहीं खा सकते। तो कोई बात नहीं, खत्म करना जरूरी थोड़ा, मैंने टेस्ट करना है। तो बताइए, ऐसी रईसी भी है, पूरी प्लेट खत्म। नॉर्थ अमेरिका पूरा मटेरियल वर्ल्ड है सर, इधर मटेरियल वर्ल्ड है और कुछ नहीं है। मटेरियल बिल्कुल विदाउट मटेरियल। आप देखो क्रिसमस आएगी, लोग इतना शॉपिंग करेंगे कि जिसकी कोई बात ही नहीं है। और सबकी पैकेजिंग मटेरियल, हर एक चीज का जो पैकेजिंग होता है वो इतना अट्रैक्टिव होता है, उसको आप गार्बेज करते रिसाइकल। एक कंप्यूटर का मॉनिटर ले आप देखो, एक कंप्यूटर के मॉनिटर के आजू बाजू के बॉक्स ये वगैरह कितना निकलता है। जी बात है। जो शूज की बात की थी ना आपने, थोड़े से फट जाते हैं तो बदल लेते हैं, फटने की मार गोली। या तो अब फैशन बदल गया तो बदल लो जी, फैशन बदल के लेकर आए तो अगले दिन फिर जो ब्रांडेड कंपनी है उनकी फिर ईमेल आई थी, ये नया फैशन आ गया, बेल्ट का फैशन आ गया, शूज का फैशन आ गया। जो कहते हैं आदमी खुद तो जी ले पर दुनिया नहीं जीने देती, क्या करें। सही बात। थैंक यू सर। थैंक यू जी। हाँ जी, नेक्स्ट कॉल और मध्य जी तो ਤੁਸੀਂ ਆਉਂਦੇ ਰਹੋ। ਅਨਵਰ ਸਾਹਿਬ ਆਪ ਆਉਂਦੇ ਆ, ਅਨਵਰ ਸਾਹਿਬ ਕੋ ਹੈ ਜੀ ਬਹੁਤ ਸ਼ੁਕਰੀਆ। ਕੱਲ ਦੀ ਕਮੈਂਟਰੀ ਵੀ ਮਜ਼ੇਦਾਰ ਸੀ ਤੁਹਾਡੀ, ਤੇ ਬੁੱਧ ਦਾ ਦਿਨ ਤੇ ਪੀਕੇ ਸਬਰਵਾਲ ਸਾਹਿਬ ਦਾ ਮੈਨ ਆਫ ਦਾ ਡੇ ਹੁੰਦਾ। ਥੈਂਕ ਯੂ ਜੀ। ਸੌਰੀ ਉਹ ਐਮਿਨੈਂਟ ਦੀ ਗੱਲ ਕਰ ਰਹੇ ਨੇ। हाँ जी, इस उम्र च भी ऐसा खड़क के बोलते कि दूसरा आपे दबक जाता। पता नहीं नवासियां इन्हों के कोल बहते कि नहीं बहते कि अब्बा जी ने डांटना सानू।
नहीं वो सारी कसरों कट देंगे ने सारी कसरों कट देंगे ने जी। ਐਨੀਵੇ ਬੜਾ ਮਿੱਠਾ ਲੱਗਦਾ ਜਦੋਂ ਇਦਾਂ ਨਾਲ ਗੱਲਬਾਤ ਹੁੰਦੀ ਹੈ। ਤੇ ਗੱਲ ਇਹ ਹੈ ਕਿ ਵੀ ਮਹਿੰਗਾਈ ਇੱਕ ਲੈਦਾ ਫੈਕਟਰ ਹੈ। ਨੈਚੁਰਲ ਸੋਰਸਿਸ ਤੇ ਜਦੋਂ ਅੱਲਾਹ ਤਾਲਾ ਨੇ ਕਾਇਨਾਤ ਪੈਦਾ ਕੀਤੀ ਨਾ ਉਹਨੇ ਵਾਅਦਾ ਕੀਤਾ ਉਹ ਕੋਈ ਨਹੀਂ ਘਟੇ। ਸਾਡੀਆਂ ਜ਼ਰੂਰਤਾਂ ਤੇ ਨੀਡਸ ਤੇ ਵਾਂਟ ਫਜ਼ੂਲ ਦੀਆਂ ਜਿਹੜੀਆਂ ਨੇ ਨਾ, ਮੈਂ ਪੀਕੇ ਸਾਹਿਬ ਨਾਲ ਐਗਰੀ ਹੈ ਕਿ ਤੁਸੀਂ ਇਹ ਦੇਖੋ ਕਿ ਰੋਜ਼ਾਨਾ ਕੈਨੇਡਾ ਵਿੱਚ 6,40,000 ਕੇਲੇ ਜਿਹੜੇ ਆ ਨਾ ਵੇਸਟ ਹੁੰਦੇ ਨੇ। ਸਿਰਫ ਇੱਕ ਮੈਂ ਬਨਾਨਾ ਦੀ ਗੱਲ ਕਰ ਰਿਹਾ ਪਰ ਡੇ। ਔਰ ਦੁਨੀਆ 'ਚ ਨੰਬਰ 1 ਸਾਡਾ ਮੁਕੱਦਸ ਮਕਾਮ ਆ ਸਾਊਦੀ ਅਰਬ 'ਚ ਨੇ, ਮਦੀਨਾ ਸ਼ਰੀਫ ਤੇ ਮੱਕੇ ਸ਼ਰੀਫ 'ਚ ਸਭ ਤੋਂ ਜ਼ਿਆਦਾ ਜਿਹੜਾ ਫੂਡ ਵੇਸਟ ਹੁੰਦਾ ਨਾ 207 ਮੁਲਕ ਜਿਹੜੇ ਰਾਉਂਡ ਅਬਾਊਟ ਹੈ ਨੇ ਉਹਨਾਂ ਉਹ ਸਾਊਦੀ ਅਰਬ ਨੰਬਰ 1 ਤੇ। ਕੀ ਕਰੋਗੇ ਤੁਸੀਂ? ਆਇਆ ਤੁਸੀਂ ਪਲੇਟ 'ਚ ਉਹਨਾਂ ਕੁ ਖਾਣਾ ਨਹੀਂ ਪਾ ਸਕਦੇ ਕਿ ਜਿੰਨਾ ਤੁਸੀਂ ਖਾਣਾ, ਕਿਉਂ ਤੁਸੀਂ ਵੇਸਟ ਕਰਦੇ ਜੀ? ਦਸਤਰਖਾਨ ਨੂੰ ਸੁਫਰਾ ਕਹਿੰਦੇ ਨੇ, ਉਵੇਂ ਦਾ ਉਵੇਂ ਲਪੇਟ ਕੇ ਗਾਰਬੇਜ ਡੰਪ ਕਰ ਦਿੰਦੇ ਨੇ। ਮੈਂ ਖੁਦ ਗਿਆ ਦੇਖਿਆ। ਤੇ ਗੱਲ ਇਹ ਕਿ ਵੀ ਇਹ ਸਾਡੇ ਆਪਣੀਆਂ ਵੀ ਕਮਜ਼ੋਰੀਆਂ ਕੁਤਾਹੀਆਂ ਨੇ। ਮਹਿੰਗਾਈ ਠੀਕ ਹੈ, ਬਹੁਤ ਵਧੀ ਹੈ, ਲੇਕਿਨ ਉਹਦੇ ਨਾਲ ਸਾਡੀਆਂ ਜ਼ਰੂਰਤਾਂ ਤੋਂ ਸਾਡੀਆਂ ਖਵਾਇਸ਼ਾਂ ਜਿਹੜੀਆਂ ਨੇ ਨਾ, ਜ਼ਰੂਰਤਾਂ ਥੋੜੀਆਂ ਨੇ, ਖਵਾਇਸ਼ਾਂ ਜ਼ਿਆਦਾ ਨੇ, ਉਹਨਾਂ ਨੇ ਸਾਡਾ ਬੇੜਾ ਗਰਕ ਬਹੁਤਾ ਕੀਤਾ ਹੈ। ਹਰ 3 ਮਹੀਨੇ ਬਾਅਦ ਆਈਫੋਨ ਬਦਲਣਾ, ਇਹ ਉਹ ਬਦਲਣਾ। ਤੇ ਉਹ ਅਗਰ ਅਸੀਂ ਕੰਟਰੋਲ ਕਰ ਲਈਏ ਨਾ ਤੇ ਅਜੇ ਵੀ ਮੈਨੇਜ ਕਰ ਸਕਦੇ, ਇੰਨੀ ਗੱਲ ਨਹੀਂ ਹੈਗੀ। ਤੇ ਰਹੀ ਗੱਲ ਜਿਹੜਾ ਪੈਸੇ ਵਾਲਾ, ਉਹਨੇ ਤੇ ਪੈਸਾ ਬਣਾਉਣਾ ਹੀ ਆ। ਤੁਸੀਂ ਉਹਨਾਂ ਤੋਂ ਉਹ ਕੈਟਾਗਰੀ ਤੇ ਵੀਰ ਜੀ ਛੱਡ ਹੀ ਦਵੋ ਨਾ ਕਿ ਵੀ ਉਹ ਜਿਹੜੇ 100 ਬਿਲੀਅਨੀਅਰ ਲੋਕ ਨੇ ਜਾਂ 200 ਬਿਲੀਅਨੀਅਰ ਲੋਕ ਨੇ ਉਹਨਾਂ ਨੂੰ ਤੁਸੀਂ ਛੱਡ ਦਿਓ। ਤੁਸੀਂ ਡਿਸਕਸ ਅਸੀਂ ਕਰਨੀ ਆਪਣੇ ਲੈਵਲ ਦੇ ਲੋਕਾਂ ਦੀ। ਔਰ ਉਹ ਪੀਕੇ ਸਾਹਿਬ ਦੀ ਗੱਲ ਬਿਲਕੁਲ ਸਹੀ ਹੈ ਕਿ ਵੀ ਅਸੀਂ ਜੁੱਤੀ ਦੇ ਪਤਾਵਾ ਵੀ ਲਾਇਆ ਹੈ। ਮੋਚੀ ਦਾ ਵੀ ਕੰਮ ਬੜਾ ਬਿਜ਼ੀ ਚੱਲਦਾ ਸੀ ਕਿ ਰੱਖ ਜਾ ਯਾਰ ਸ਼ਾਮ ਨੂੰ ਆ ਜਾਵੇਂ। ਤੇ ਹੁਣ ਉਹ ਕਨਸੈਪਟ ਇੱਥੇ ਤੇ ਹੈ ਹੀ ਨਹੀਂ ਨਾ। ਤੇ ਹੁਣ ਇੰਡੀਆ ਪਾਕਿਸਤਾਨ 'ਚ ਵੀ ਖਤਮ ਹੋ ਰਿਹਾ ਕਿ ਵੀ ਉਹ ਜਿਹੜਾ ਮੋਚੀ ਵਿਚਾਰਾ ਬੈਠਾ ਹੁੰਦਾ ਸੀ ਉਹਨੂੰ ਲੋਕ ਕੰਸੀਡਰ ਹੀ ਨਹੀਂ ਕਰਦੇ ਕਿ ਯਾਰ ਕੀ ਹੀਰ ਲਾਉਣੀ ਤੇ ਕੀ ਪਤਾਵਾ ਲਵਾਉਣਾ ਤੇ ਕੀ। ਅਸੀਂ ਯਕੀਨ ਕਰੋ ਪਾਲਿਸ਼ ਵੀ ਕਈ ਦਫਾ ਮੋਚੀ ਕੋ ਕਰਵਾਈ ਹੈ ਜੀ। ਬਿਲਕੁਲ जी पॉलिश भी करवाई है। ईद शबराता थे असी कि यार स्पेशल जाना है, हवाला साहब ने कहा तो पीके मोची को जा जरा पॉलिश करवा लिया। एनीवे मैं तुहानू दसां छोटी जी गल विकास तो अगर मैं भुल ना जावां, मैं हुण भी जब इंडिया जाना, सर एक मिनट होल्ड करना, हुण भी जब मैं इंडिया जाना ते कनॉट प्लेस जाके वो मकर सर्कल के उत्ते कॉर्नर की दुकान है, ਉਹਦੇ ਕੋਲ बनारसी पान मूछ पा के ਉਹਨਾਂ ਦੀ ਮੋਚੀ ਦੇ ਉੱਤੇ ਫੱਟੇ ਉੱਤੇ ਮੈਂ ਪੈਰ ਰੱਖ ਕੇ ਆਪਣਾ ਸ਼ੂਜ਼ ਪਾਲਿਸ਼ ਕਰਾਉਣਾ। ਮੈਨੂੰ ਪੁਰਾਣੀ ਯਾਦ ਆਉਂਦੀ ਹੈ, ਮੈਨੂੰ ਬੜਾ ਮਜ਼ਾ ਆਉਂਦਾ ਹੈ। ਮਜ਼ਾ ਆਉਂਦਾ ਪੀਕੇ ਸਾਹਿਬ। ਔਰ ਗੁੱਡ ਲੱਕ, ਅੱਲਾਹ ਤਾਲਾ ਤੁਹਾਨੂੰ ਲੰਮੀ ਉਮਰ ਦੇਵੇ ਔਰ ਇਸੇ ਤਰ੍ਹਾਂ ਤੁਹਾਡੀ ਆਵਾਜ਼ ਖੜਕਦੀ ਸੁਣਦੇ ਰਹੀਏ ਜਿਵੇਂ ਛੋਲੇ ਚਮਚਾ ਖਾ ਖੜਕਦਾ ਸੀ। ਤੇ ਗੁੱਡ ਲੱਕ ਵਾਈ ਅੱਲਾਹ। ਥੈਂਕ ਯੂ ਅਨਵਰ ਸਾਹਿਬ, ਥੈਂਕ ਯੂ। ਹਾਂਜੀ ਨੈਕਸਟ ਕਾਲ ਜੀ ਤੇਜਿੰਦਰ ਜੀ, ਤੁਸੀਂ ਆਉਂਦੇ ਰਹੋ। ਤੇਜਿੰਦਰ ਜੀ ਗੋ ਹੈਡ। ਹਾਂਜੀ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ। ਹਾਂਜੀ ਪੀਕੇ ਜੀ, ਮੈਂ ਤੁਹਾਨੂੰ ਕੁਐਸਚਨ ਪੁੱਛਣਾ, ਤੁਸੀਂ ਪਤਾ ਤੁਹਾਨੂੰ ਲੱਗਿਆ ਹੀ ਹੋਣਾ ਪਤਾ ਜਿਹੜੇ ਪ੍ਰੋਟੈਸਟ ਹੋਏ ਆਪਣੇ ਪੈਰਾਡਾਈਜ਼ ਬਿਲਡਰ ਬਾਰੇ, ਰਾਈਟ ਜੀ ਬ੍ਰੈਂਟਨ ਦੇ ਵਿੱਚ। ਤੇ ਮੇਰਾ ਕੁਐਸਚਨ ਆਇਆ ਵੀ ਜਿਵੇਂ ਹੁਣ ਚਲੋ ਉੱਥੇ ਤਾਂ ਕੋਈ ਰੀਅਲਟਰਸ ਇਨਵੋਲਵ ਹੈ ਨਹੀਂ ਸੀਗੇ ਤੇ ਬਚਾਅ ਹੋ ਗਿਆ, ਪਰ ਜੇ ਹੁਣ ਕੋਈ ਅੱਜ ਪ੍ਰੋਜੈਕਟ ਹੋਵੇ ਜਿੱਥੇ ਰੀਅਲਟਰਸ ਇਨਵੋਲਵ ਹੋਣ ਤੇ ਫਿਰ ਵੀ ਲੋਕ ਉੱਥੇ ਕਲੋਜ਼ਿੰਗਸ ਨਾ ਕਰਵਾ ਸਕਣ ਤੇ ਬਿਲਡਰ ਜਿਵੇਂ 100-150 ਬੰਦਾ ਕਲੋਜ਼ਿੰਗ ਹੀ ਨਾ ਕਰਾ ਸਕੇ, ਤੇ ਉਸ ਸਿਚੁਏਸ਼ਨ ਦੇ ਵਿੱਚ ਆਪਾਂ ਨੂੰ ਪਤਾ ਵੀ ਬਿਲਡਰ ਪੇ ਕਰਦੇ ਕਮਿਸ਼ਨ ਵਗੈਰਾ ਰੀਅਲਟਰਸ ਨੂੰ, ਹਨਾ। ਤੇ ਜੇ ਕਲੋਜ਼ਿੰਗ ਨਹੀਂ ਹੁੰਦੀਆਂ ਤੇ ਫਿਰ ਦ ਬਿਲਡਰ ਕੈਨ ਆਸਕ ਫॉर द ਕਮਿਸ਼ਨ ਬੈਕ ਫਰਮ ਦ ਰੀਅਲਟਰਸ। ਯੈਸ ਲਿਖਿਆ ਹੋਇਆ ਕੋਪ ਦੇ ਉੱਤੇ, ਲਿਖਿਆ ਹੋਇਆ ਕਿ ਇਟ ਇਜ਼ ਜਸਟ ਐਨ ਐਡਵਾਂਸ। ਸਪੋਜ਼ ਕਰੋ, ਮੈਂ ਐਗਜ਼ਾਮਪਲ ਦੇ ਰਿਹਾ, ਸਪੋਜ਼ ਕਰੋ ਬਿਲਡਰ ਤੁਹਾਨੂੰ 10,000 ਕਮਿਸ਼ਨ ਦੇ ਰਿਹਾ, ਮੈਂ ਐਗਜ਼ਾਮਪਲ ਦੇ ਰਿਹਾ। ਉਹਦੇ ਅੰਦਰ ਬਿਲਡਰ ਨੇ ਤੁਹਾਨੂੰ $2,500 ਦੇ ਦਿੱਤਾ ਸ਼ੁਰੂ 'ਚ, और $2,500 ਤੁਹਾਨੂੰ ਦਿੱਤਾ ਮਿਡਲ ਵਿੱਚ, और $5,000 ਦਿੱਤਾ ਐਂਡ ਵਿੱਚ ਦੇਣ ਵਾਸਤੇ। ਉਹਨੇ ਤੁਹਾਨੂੰ ਕੋਪ ਕਿਹਾ ਹੈ, ਉਹਦੇ ਉੱਤੇ ਲਿਖਿਆ ਦਿਸ ਮਨੀ ਇਜ਼ considered as an advance till the final closing is done। और अगर फाइनल क्लोजिंग नहीं होती तो ਜਿਹੜਾ ਤੁਹਾਨੂੰ ਐਡਵਾਂਸ ਏਜੰਟ ਕੋਲ ਗਿਆ ਹੈ ਉਹ ਵਾਪਸ ਕਲੇਮ ਕਰ ਸਕਦਾ ਹੈ ਜੀ। ਠੀਕ ਹੈ, ਉਹ ਐਡਵਾਂਸ ਹੈਗਾ। ਜਦ ਕਲੋਜ਼ਿੰਗ ਨਹੀਂ ਹੋਈ ਤੇ ਏਜੰਟ ਨੂੰ ਕਮਿਸ਼ਨ ਕਿਸ ਗੱਲ ਦੀ? ਹਾਂ, ਫਿਰ ਜਿਹੜੀ ਇਹਦਾ ਮਤਲਬ ਹੈ ਡਿਊ ਡਿਲੀਜੈਂਸ ਹੋਰ ਕਰਨੀ ਚਾਹੀਦੀ ਹੈ। ਕੋਈ ਵੀ ਅੱਗੇ ਕਲਾਇੰਟ ਲੈ ਕੇ ਕਲੋਜ਼ ਨਹੀਂ ਆਉਂਦੀ, ਤੁਹਾਡਾ ਆਪਦਾ ਕਮਿਸ਼ਨ ਵੀ ਆਨਲਾਈਨ ਹੈ, ਰਾਈਟ ਸਰ। ਆਪ ਦੇ ਕਮਿਸ਼ਨ ਤੋਂ ਜ਼ਿਆਦਾ ਪ੍ਰੋਬਲਮ ਉਸ ਬੰਦੇ ਨੂੰ ਹੈ ਜਿਸ ਵਿਚਾਰੇ ਨੇ 8 ਲੱਖ ਦਾ ਮਕਾਨ ਖਰੀਦਿਆ ਹੋਇਆ। ਸਭ ਨੂੰ ਡਿਊ ਡਿਲੀਜੈਂਸ ਤੇ ਵੈਸੇ ਵੀ ਕਰਨੀ ਪਏਗੀ, ਵੈਸੇ ਵੀ ਕਰਨੀ ਚਾਹੀਦੀ ਹੈ। ਕਿ ਤੁਹਾਨੂੰ ਮੈਂ ਗੱਲ ਦੱਸਾਂ ਛੋਟੀ ਜਿਹੀ ਦੀ, ਇਹ ਮੈਂ ਔਨ 에ਅਰ ਕਹਿ ਰਿਹਾ, ਔਰ ਵਾਈ ਮੀਡੀਆ ਸਭ ਤੋਂ ਸਟਰੋਂਗ ਸਾਊਥ ਏਸ਼ੀਅਨ ਮੀਡੀਆ ਦੇ ਅੰਦਰ ਮੈਂ ਇਹ ਗੱਲ ਕਹਿ ਰਿਹਾ। ਇਹ 2022 ਕਹਿ ਰਹੇ ਸੀ ਨਾ, ਬੜਾ ਥੱਲੇ ਚਲਾ ਗਿਆ
with your good wishes and good wishes of my people, this was my best year of my life. Commission ਦੇ ਅੰਦਰ this was the best year of my life. पिछले साल भी मैं गल की सी, उन्होंने माफ करता, पिछले तो पिछले साल भी गल की उन्होंने माफ करता, अपने आप ही ठीक होना जा रहा है, क्योंकि गलत काम करना ही नहीं। सिंपल जी गल, वीक कोई चीज हो रही है उन्होंने करन देना नहीं, और साफ मना कर देना, अरब अपने आप दे देता है कि अगर जरा रियल्टर इस करके बैठा है कि जी मेरी कमीशन मर जाएगी तो मैं फटाफट उन्हें क्लोज करा दें। मेरा ख्याल है कि अगर मेरा क्लाइंट बच रहा हो क्लोज करा के और उत्ते कोई एक्शन नहीं हो रहा हो, आई वुड गो फॉर दैट, प्रोवाइडेड उत्ते सूट फाइल ना हो रहा है और बिल्डर ਨੂੰ रिलीव कर दे, उन्हें म्यूचुअल रिलीज दे दे, तो आई विल नॉट वरी फॉर माई कमीशन। मेरे अगर क्लाइंट का एक बैंक्रप्सी वाली गल खत्म हो जाती है और वो बच आता है, उसकी रात की नींद अगर खत्म हो जाती है और ठीक हो जाती है, नींद चंगी तरह आती है और वो इस यब तो निकल जाता है, आई वुड से कि मैं कमीशन छड़ देंगा, 101% छड़ देंगा, मेरी भी तो चिंता नाल खत्म हो जाएगी। उस बंदे ने मैं आखिर आंख मिला के देख तो सकांगा ना कि देख भाई तू बच गया, कोई गल नहीं। लेकिन अगर कोई एजेंट अपनी कमीशन के चक्कर जबरदस्ती क्लोजिंग करा देता है और उन्होंने और डरा देता है कि यह हो जाएगा वो हो जाएगा, आई वुड स्ट्रांगली रिकमेंड ऑल दोज पीपल जो क्लोज नहीं कर पा रहे वो अपने लॉयर को मिलन, मिल के हल कटन और हल है ने 100% हल है ने, डरन की कोई गल नहीं हैगी ते गल्लां ना हो। मैं लॉयर नहीं हैगा जी, मैं ना कहांगा, सीधा लॉयर ਨੂੰ ਮਿਲੋ ਜਾਂ ਮੈਨੂੰ ਸੈਂਡਰੀ ਮਾਵੀ ਮਿਲ ਲਓ, ਤੁਸੀਂ ਮੈਨੂੰ ਮਿਲੇ ਵੀ ਹੋਇਓ, आई रेफर यू टू द लॉयर। ਤੇ ਐਵੇਂ ਦੇ ਕੇਸ ਹੋਏ ਵੀ ਨੇ ਜਿਹਨਾਂ ਸੋਲੂਸ਼ਨਸ ਵੀ ਹੋਈਆਂ ਨੇ। नो सर मैं तो नहीं हैगा उत्ते, मैं तो लिया नहीं उत्ते, मैं तो वैसे नॉलेज से नहीं मैं दस रहा कि मैं मेरे को एक्सपेक्ट ना करो ऑन रेडियो लीगल रिप्लाई मैं मेरे को एक्सपेक्ट ना करो, पर ਇਹੋ ਜਿਹੇ ਕੇਸ ਹੋਏ ਨੇ ਜੀ। ਠੀਕ ਹੈ ਸਰ। ਤੇ ਦੂਸਰਾ ਜੀ ਯਦਵੀ ਜੀ, ਜਿਵੇਂ ਤੁਸੀਂ ਹੁਣੇ ਗੱਲ ਪੁੱਛੀ ਸੀ ਪੰਕਜ ਜੀ ਨੂੰ ਬਈ ਐ ਮਹਿਸੂਸ ਹੋ ਰਿਹਾ ਵੀ ਜੇ ਆਪਾਂ ਆਏ ਸੀਗੇ ਵੀ ਸਾਰਾ ਕੁਝ ਵਿਦਨ ਰੀਚ ਸੀਗਾ, ਘਰ ਵੀ ਲੈ ਲੈਂਦਾ ਸੀ 4-5 ਸਾਲਾਂ 'ਚ, ਗੱਡੀ ਵੀ ਲੈ ਸਕਦੇ ਸੀ, ਆਈ ਚਲਾਈ ਵਧੀਆ ਚੱਲਦੀ ਸੀ ਹਨਾ, ਤੇ ਹੁਣ ਹਾਰਡ ਲੱਗਦਾ ਵਾ ਬਈ ਜਿਹਦੇ ਕੋਲ ਹੈਗਾ ਉਹਨੂੰ ਤਾਂ ਕੋਈ ਫਰਕ ਨਹੀਂ, ਜਿਹਦੇ ਕੋਲ ਨਹੀਂ ਹੈਗਾ ਹੀ ਇਜ਼ ਨਾਟ ਏਬਲ ਟੂ ਮੇਕ ਦ ਐਂਡਸ ਮੀਟ। ਤੇ ਇਹਦੇ ਪਿੱਛੇ ਜੀ ਮੈਂ ਚਾਹੁੰਦਾ ਵੀ ਜਿਵੇਂ ਕਿਸੇ ਨਾ ਕਿਸੇ ਦਿਨ ਆਪਾਂ ਇੱਕ ਪੰਕਜ ਜੀ ਨੂੰ ਪਤਾ ਹੋਣਾ, ਤੁਹਾਨੂੰ ਵੀ ਪਤਾ ਹੋਣਾ ਵੀ ਜਿਹੜਾ ਆਹ ਇੱਕ ਪ੍ਰੋਪਾਗੈਂਡਾ ਹੀ ਕਹਿ ਸਕਦੇ ਹਾਂ, ਤਾਂ ਵੈਸੇ ਉਹਦਾ ਕੋਈ ਪ੍ਰੂਫ ਤਾਂ ਹੈ ਨਹੀਂਗਾ ਵੀ ਜਿਹੜਾ ਜਿਹੜਾ ਵਰਲਡ ਇਕਨੋਮਿਕ ਫੋਰਮ ਦਾ ਜਿਹੜਾ ਹੈਗਾ ਵੀ ਯੂ ਵਿਲ ਓਨ ਨਥਿੰਗ ਐਂਡ ਸਟਿਲ ਬੀ ਹੈਪੀ। ਪੰਕਜ ਜੀ ਜੇ ਇਹਦੇ ਤੇ ਕਿਸੇ ਦਿਨ ਗੱਲ ਹੋ ਸਕੇ, ਮੈਂ ਵੀ ਰਿਸਰਚ ਕਰਕੇ ਵੀ ਇਹਦੇ 'ਚ ਕੋਈ ਤੱਥ ਹੈਗਾ ਜਾਂ ਨਹੀਂ ਹੈਗਾ, ਕਿਉਂਕਿ ਜਿਵੇਂ ਲੱਗ ਰਿਹਾ ਆਲ ਓਵਰ ਦਾ ਵਰਲਡ ਸਲੋਲੀ ਉਹਦੇ ਸੱਚਾਈ ਕੁਛ ਨਾ ਕੁਛ ਲੱਗ ਰਹੀ ਹੈ ਵੀ ਹੌਲੀ ਹੌਲੀ ਆਮ ਜਨਤਾ ਨੂੰ ਉਧਰ ਨੂੰ ਪੁਸ਼ ਕੀਤਾ ਜਾ ਰਿਹਾ ਵੀ ਇੰਨਾ ਹਾਰਡ ਉਹਨਾਂ ਲਈ ਬਣਾਇਆ ਜਾਵੇ ਕਿ ਤਾਂ ਕਿ ਜਿਹੜੇ ਅਲੀਟਸ ਆ ਉਹੀ ਓਨ ਕਰਨ ਸਾਰਾ ਕੁਝ, ਬਾਕੀ ਤਾਂ ਸਿਰਫ ਕੰਮ ਕਰਦੇ ਹੀ ਰਹਿ ਜਾਣ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਬਿਲਕੁਲ ਡਿਸਕਸ਼ਨ ਕੀਤੀ ਜਾ ਸਕਦੀ ਹੈ, ਕਿਸੇ ਦਿਨ ਆਪਾਂ ਟਾਈਮ ਫਿਕਸ ਕਰ ਲੈਂਦੇ ਹਾਂ ਜੀ ਉਸ ਚੀਜ਼ ਤੇ। ਹਾਂਜੀ ਪੂਰਾ ਇਹ ਚੀਜ਼ ਕੰਫਰਮ ਕਰਕੇ ਸਾਰੀ ਚੀਜ਼ ਦੈਨ ਵੀ ਕੈਨ ਡੂ ਦ ਡਿਸਕਸ਼ਨ, ਨੋ ਵਰੀ। ਠੀਕ ਹੈ ਸਰ, ਥੈਂਕ ਯੂ। मैं एक चीज बस क्विकली ऐड करना चाह रहा सी, मैं थोड़ी गल सारे दी सुन रहा जो पीके जी ने गल कही है ना, आई एम श्योर पंकज जी भी इन्हू सैकेंड करनगे। मैं बहुत सारे ऐसे बिजनेसिस सुन रहे हैं कि जिहड़े कहंदे ने कि जी पैंडेमिक आया है अपना 2020 दे विच, और उन्हों का कहना है कि असी 2020, 21, 22 जे 3 सालों नू कंपेयर करिए तो साडा वन ऑफ द गुड परफॉर्मिंग ईयर्स रहे ने 20, 21 और 22। हालांकि 20, 21 और 22 दे विच पैंडेमिक भी रहा है। सो और मैं उही बिजनेसिस ज्यादातर दावा करते देखे ने जिहड़े बिजनेसिस गुड एथिक्स प्रैक्टिस करते हैं। जे तुहाडे एथिक्स ठीक ने, तुसी अपना सही काम करते हो तो तुहानू कोई ज्यादा दिक्कत नहीं आती। हाँ, कुछ हो सकता है कि कुछ सैक्टर्स ही ऐसे ने कि जिहड़े सैक्टर्स बड़े ज्यादा प्रभावित होए ने, कुछ सैक्टर्स बाकी सैक्टर तो ज्यादा प्रभावित होए ने, लेकिन ज्यादातर मैं मेजोरिटी की मैं गल कर रहा, बहुत सारे मेजोरिटी बिजनेसिस मैं ये गल जिहड़ी है उन्हां तो सुनी। हाँ, पर उन्हां दे विच मैं एक जिहड़ी जे कॉमन फैक्टर देखदा है कि उन्होंने अपने बिजनेस दे विच अपने एथिक्स ठीक रखे ने, उन्होंने गलत प्रैक्टिस नहीं की। सो उस कारण उन्हां लई फायदा जिहड़ा होया, जिस तरह पीके जी ने हुणे दस्सिया। पंकज जी, आई एम श्योर तुहाडा भी काम 2020, 21, 22 दे विच ठीक ही रहा होएगा, कोई माड़ा नहीं रहा होएगा। नहीं, बहुत अच्छे ईयर कहने जी मेरे बिजनेस च भी ये चीज़ां ने। सो आई विल सेकंड पीके जी, क्योंकि मैं एक दिन पीके जी नाल बैठा भी गल कर रहा थी, क्योंकि इन्वेस्टमेंट जिहड़ियां सीगियां या जो भी इंश्योरेंस सीगियां, लाइक people were more aware। मेरी तो ग्रो कराइयां तुसी जी, तुहाडा धन्यवाद। मैंने तो कोई चिंता ही नहीं, ओपन दी गल है, मैं तो पुछदा भी नहीं, और मेरी ग्रो हुई है। किस तरह तुसी कीती है, किस तरह नहीं कीती, आई डोंट नो। तुसी की चेंज करते रहंदे हो, आई डोंट नो, बट आई एम हैप्पी विद यू। एंड आल्सो वन मोर थिंग मोंगा साहब की जिसको तेजी आती है ना जी,
और ਰੀਅਲਟਰ ਕਹਿੰਦਾ ਜੀ ਮੈਂ ਇੰਨੀ ਸੇਲ ਕਰਤੀ ਇੰਨਾ ਉਹ ਕਰਤਾ, ਤੂੰ ਕੁਝ ਵੀ ਨਹੀਂ ਕੀਤਾ, ਉਹ ਤੇਜ਼ੀ ਨੇ ਕਰਾਤਾ ਸਭ ਕੁਝ, ਤੂੰ ਕੀਤਾ ਹੀ ਕੁਝ ਨਹੀਂ। ਆਟੋਮੈਟਿਕਲੀ ਤੂੰ ਲਿਸਟ ਕਰਦਾ ਸੀ, ਸ਼ਾਮ ਤੱਕ 10 ਆਫਰ ਆ ਜਾਂਦੇ ਸੀ, ਉਹ ਵੀ ਕਹਿੰਦੇ ਸੀ। ਅਸਲੀ ਕੰਮ ਇੱਕ ਰੀਅਲਟਰ ਦਾ ਤਾਂ ਹੈਗਾ, ਮੰਦਾ ਹੈਗਾ और तू फिर काम करके दिखा, बाहर नहीं हैगा तो सेल करके दिखा, नेगोशिएशन करके दिखा, दैट इज द बेस्ट थिंग। और इसी करके असी एक कहावत बड़ी मशहूर है, जिहड़ा लाहौर बुद्धू वो फिलौर भी बुद्धू, जिन्हें तरक्की करनी उन्हें करनी, जिन्हें चंगे एथिक नाल काम करना उन्हें करना। साडा बेस्ट बिजनेस सीगा, मेरे बहुत सारे रिजल्ट मेरे नीचे अंदर है, जिहड़ा दा बेस्ट ईयर सीगा, क्योंकि हुण हैगा असली काम है, काम करना। फरवरी के बाद जब बंदा आया ਹੁਣ ਸੇਲ ਕਰਕੇ ਦਿਖਾਓ, ਹੁਣ ਬੈਸਟ ਪ੍ਰਾਈਸ ਲੈ ਕੇ ਦਿਖਾਓ, ਹੁਣ ਬੈਸਟ ਲੈ ਕੇ ਦਿਖਾਓ ਤੇ ਸੈਲਰ ਦਾ ਬੈਸਟ ਵੇਚ ਕੇ ਦਿਖਾਓ। ਹੁਣ ਉਹ ਰੀਅਲਟਰ ਕਿੱਥੇ ਗਏ ਜਿਹੜੇ ਕਹਿੰਦੇ ਸੀ ਮੈਂ ਇੰਨਾ ਕਰਤਾ ਉਹਨਾਂ ਕਰਤਾ, ਹੁਣ ਤੁਹਾਡੀ ਸੇਲ ਕਿਉਂ ਡਾਊਨ ਹੋਊਗੀ 40% ਸਾਡੀ ਤੇ ਨਹੀਂ ਹੋਈ? ਬਿਕੋਜ਼ ਕਿਉਂਕਿ ਇਹ ਅਗਰ ਢੰਗ ਨਾਲ ਤੁਸੀਂ ਕੰਮ ਕਰੋਗੇ ਤਾਂ ਤੁਸੀਂ ਇਹ ਅਸਲੀ ਟੈਸਟ ਹੈਗਾ, ਇੱਕ ਹਰ ਪ੍ਰੋਫੈਸ਼ਨ ਦਾ ਇਹ ਤਾਂ ਰੀਅਲ ਟੈਸਟ ਹੈਗਾ ਕਿ ਬਈ ਤੁਸੀਂ ਕਿਸ ਤਰ੍ਹਾਂ ਤੁਹਾਡੇ ਐਥਿਕਸ ਕੰਮ ਕਰਦੇ ਨੇ ਜੀ। ਸਰ ਤੁਸੀਂ ਜਿਸ ਤਰ੍ਹਾਂ ਰੀਅਲ ਟੈਸਟ ਦੀ ਗੱਲ ਕਰ ਰਹੇ ਸੀਗੇ ਨਾ ਕਿ ਜਦੋਂ ਇਹ ਪੈਂਡੇਮਿਕ ਆਇਆ ਵੀ ਹੈ ਤੇ ਅਸੀਂ ਵੀ ਇਹੀ ਗੱਲ ਕਰ ਰਹੇ ਸੀ ਇੱਥੇ ਵਾਈ ਮੀਡੀਆ ਤੇ, ਔਰ ਮੈਂ ਆਪਣੇ ਸਾਰੇ ਵਾਈ ਮੀਡੀਆ ਫੈਮਿਲੀ ਮੈਂਬਰਸ ਨੂੰ ਵੀ ਇਹ ਜ਼ਿਕਰ ਕਰ ਰਿਹਾ ਸੀ, ਔਰ ਮੈਂ ਪਰਸਨਲ ਤੌਰ ਦੇ ਉੱਤੇ ਵੀ ਇਹਨੂੰ ਇੱਕ ਚੈਲੰਜ ਲਿਆ ਕਿ ਇਹ ਜਿਹੜਾ ਪੈਂਡੇਮਿਕ ਹੈ ਸਰ, ਮੈਨੂੰ ਨਾ ਉਹ ਮੂਵੀ ਦਾ ਕਦੇ ਵੀ ਸੀਨ ਨਹੀਂ ਭੁੱਲਦਾ ਟਾਈਟੈਨਿਕ ਦਾ, ਕਿ ਜਦੋਂ ਬਹੁਤ ਸਾਰੇ ਚੈਲੰਜਸ ਆ ਰਹੇ ਸੀਗੇ ਤੇ ਟਾਈਟੈਨਿਕ ਦੇ ਉਸ ਜਹਾਜ਼ ਦੇ ਉੱਤੇ ਜਿਹੜੇ ਕਰੂ ਮੈਂਬਰ ਸੀਗੇ ਉਹਨਾਂ ਨੇ ਪੈਸੇਂਜਰਸ ਨੂੰ ਸਭ ਤੋਂ ਪਹਿਲਾਂ ਟੇਕ ਕੇਅਰ ਕੀਤੀ, ਆਪਣੇ ਜਾਨ ਤੇ ਖੇਲ ਕੇ ਪੈਸੇਂਜਰਸ ਹੀ ਟੇਕ ਕੇਅਰ ਕਰ ਰਹੇ ਸੀਗੇ। ਔਰ ਈਵਨ ਉੱਥੇ ਜਿਹੜੇ ਮਿਊਜ਼ਿਕ ਪਲੇ ਕਰਨ ਵਾਲੇ ਸੀਗੇ ਉਹ ਲਗਾਤਾਰ ਇੱਕ ਉਹਨਾਂ ਦਾ ਸੈਸ਼ਨ ਸੀਗਾ, ਉਹ ਮਿਊਜ਼ਿਕ ਪਲੇ ਕਰ ਰਹੇ ਨੇ, ਜਹਾਜ਼ ਡੁੱਬ ਰਿਹਾ ਹੈ, ਜਾਨ ਦਾ ਖਤਰਾ ਪਿਆ ਹੋਇਆ, ਉਹ ਮਿਊਜ਼ਿਕ ਪਲੇ ਕਰ ਰਹੇ ਨੇ ਕਿਉਂਕਿ ਉਹਨਾਂ ਦੀ ਜੌਬ ਹੈ, ਉਹਨਾਂ ਦਾ ਕੰਮ ਹੈ। ਕਰੂ ਮੈਂਬਰਸ ਜਾਨ ਬਚਾ ਰਹੇ ਨੇ, ਪੈਸੇਂਜਰਸ ਨੂੰ ਕੰਫਰਟ ਦੇ ਵਿੱਚ ਰੱਖ ਰਹੇ ਨੇ ਕਿਉਂਕਿ ਉਹਨਾਂ ਦੀ ਜੌਬ ਹੈ। ਸਰ ਪੈਂਡੇਮਿਕ ਦੇ ਦਰਮਿਆਨ ਫਰੰਟ ਲਾਈਨ ਵਰਕਰਸ ਤੁਸੀਂ ਦੇਖੋ ਹਸਪੀਟਲ ਦੇ ਵਿੱਚ ਕੰਮ ਕਰ ਰਹੇ ਨੇ, ਔਰ ਮੈਂ ਕਈ ਐਸੇ ਲੋਕਾਂ ਨੂੰ ਜਾਣਦਾ ਜਿਨ੍ਹਾਂ ਨੇ ਕਿ ਖੁਦ ਜਾ ਕੇ ਵੋਲੰਟੀਅਰ ਕਰਨਾ ਸ਼ੁਰੂ ਕਰ ਦਿੱਤਾ ਹਸਪੀਟਲ 'ਚ, ਆਪਣੇ ਬੱਚਿਆਂ ਨੂੰ ਵੋਲੰਟੀਅਰ ਕਰਵਾਇਆ ਹਸਪੀਟਲ 'ਚ ਪੈਂਡੇਮਿਕ ਦੇ ਦਰਮਿਆਨ। ਲੋਕ ਤੇ ਕੰਮ ਛੱਡ ਰਹੇ ਸੀ, ਉਹਨਾਂ ਨੇ ਪੈਂਡੇਮਿਕ ਦੇ ਦਰਮਿਆਨ ਇਹ ਸਭ ਕੁਝ ਕੀਤਾ ਹੈ। ਸੋ ਸਰ ਜਿਨ੍ਹਾਂ ਲੋਕਾਂ ਨੇ ਸਾਰਾ ਕੁਝ ਕੀਤਾ ਹੈ, ਮੈਂ ਇੱਕ ਗੱਲ ਹੋਰ ਇੱਥੇ ਮੈਂਸ਼ਨ ਕਰਨਾ ਚਾਹੁੰਦਾ ਹੈ ਕਿ ਸਾਡੀ ਜਿਹੜੀ ਆਡੀਅנס ਹੈ ਉਹ ਪੈਂਡੇਮਿਕ ਦੇ ਦਰਮਿਆਨ ਬਹੁਤ ਵਧੀਆ। ਅੱਜ ਵੀ ਸਾਨੂੰ ਕਈ ਲੋਕ ਕਹਿੰਦੇ ਜੀ ਉਸ ਵੇਲੇ ਸਾਡੇ ਰਿਸ਼ਤੇਦਾਰ ਉੱਥੇ ਫਸ ਗਏ ਸੀ ਜੀ, ਤੁਹਾਡੇ ਇੱਥੇ ਤੇ ਇਨਕੁਆਇਰੀ ਕਾਊਂਟਰ ਤੁਸੀਂ ਖੋਲ ਰੱਖਿਆ ਸੀਗਾ ਕਿ ਅਸੀਂ ਇੰਨੀਆਂ ਕਾਲਸ ਕਰ ਰਹੇ ਸੀ ਵੀ ਸਾਡੇ ਕਦੋਂ ਫਲਾਈਟਾਂ ਚੱਲਣੀਆਂ, ਸਾਡੇ ਰਿਸ਼ਤੇਦਾਰ ਫਸ ਗਏ। ਕਈ ਬਹੁਤ ਸਾਰੇ ਪਰਿਵਾਰ ਅਲੱਗ-ਅਲੱਗ ਹੋ ਗਏ ਸੀ ਕਿ ਜੀ ਪੇਰੈਂਟਸ ਗਏ ਨੇ, ਬੱਚੇ ਇੱਥੇ ਨੇ, ਜਾਂ ਜੀ ਹਸਬੈਂਡ ਇੱਥੇ ਆ, ਵਾਈਫ ਬੱਚਿਆਂ ਨੂੰ ਲੈ ਕੇ ਗਈ ਸੀ ਜੀ ਉੱਥੇ ਫਸ ਗਏ। ਮਹੀਨਾ 2 ਮਹੀਨਾ ਕਦੋਂ ਫਲਾਈਟਾਂ ਚੱਲਣੀਆਂ, ਕਦੋਂ ਉਹ ਮਿੰਟ ਦੀ ਜਾਣਕਾਰੀ ਉਹ ਕਹਿੰਦੇ ਜੀ ਇੱਥੋਂ ਸਾਨੂੰ, ਅਸੀਂ ਤਾਂ ਚੈਨਲ ਵਾਈ ਘਰੇ ਲਾ ਕੇ ਰੱਖਿਆ ਸੀ, ਸਾਨੂੰ ਜਾਣਕਾਰੀ ਲਗਾਤਾਰ ਮਿਲ ਰਹੀ ਸੀ। ਮੈਂ ਕਿਹਾ ਜੀ ਅਸੀਂ ਸਾਰੀਆਂ ਪ੍ਰੈਸ ਕਾਨਫਰੰਸ, ਪ੍ਰਾਈਮ ਮਿਨਿਸਟਰ ਸਵੇਰੇ ਆ ਜਾਂਦੇ ਸੀਗੇ 11 ਵਜੇ, ਫਿਰ ਦੁਪਹਿਰ ਨੂੰ 1 ਵਜੇ ਆਪਣੇ ਪ੍ਰੀਮੀਅਰ ਸਾਹਿਬ ਆ ਜਾਂਦੇ ਸੀਗੇ, ਤੇ 3 ਵਜੇ ਆਪਣੇ ਮੇਅਰ ਸਾਹਿਬ ਆ ਜਾਂਦੇ ਸੀ। ਸਵੇਰੇ ਵੈਂਸਡੇ 10 ਵਜੇ ਇਹਨਾਂ ਨੇ ਟਾਈਮ ਫਿਕਸ ਕਰ ਲਿਆ ਮੇਅਰ ਤੇ ਕਿ ਉਹਨਾਂ ਨਾਲ ਸਾਡਾ ਵੈਂਸਡੇ ਇੱਥੇ ਆ ਜਾਂਦਾ ਸੀ ਆਪਣੇ ਬਰੈਂਪਟਨ ਦਾ, ਤੇ ਥਰਸਡੇ ਮਿਸਿਸਾਗਾ ਦਾ, ਤੇ ਫਰਾਈਡੇ ਫਿਰ ਟੋਰਾਂਟੋ ਦਾ। ਸੋ ਮੈਂ ਕਿਹਾ ਜੀ ਉਹ ਸਾਰੀਆਂ ਲਾਈਵ ਕੀਤੀਆਂ। ਸੋ ਉਹ ਸਾਡਾ ਇੱਕ ਟਾਈਮ ਸੀਗਾ। ਜੇ ਅਸੀਂ ਸਹੀ ਕੰਮ ਕਰ ਰਹੇ ਹਾਂ ਐਥਿਕਸ ਦੇ ਨਾਲ ਤੇ ਡੈਫੀਨੇਟਲੀ ਹਰੇਕ ਦਾ ਜਿਹੜਾ ਕੰਮ ਹੈ ਉਹ ਵਧੀਆ ਹੈ, ਆਡੀਅנס ਜਿਹੜੀ ਵਧੀਆ ਹੈ। ਔਰ ਮੈਂ ਬਸ ਕੁਇਕਲੀ 1 ਮਿੰਟ ਲੈਂਦੇ ਆ ਜ਼ਰੂਰ ਦੱਸਣਾ ਕਿ ਟੂਡੇ ਵੀ ਟੇਕ ਪ੍ਰਾਈਡ ਕਿ ਅੱਜ ਸੈਕੰਡ ਜਨਰੇਸ਼ਨ ਦੇ ਬਹੁਤ ਸਾਰੇ ਜਿਹੜੇ ਬੱਚੇ ਨੇ ਉਹ ਨਾਲ ਜੁੜੇ ਹੋਏ ਨੇ। ਮੀਡੀਆ ਨਾ ਸਿਰਫ ਫੋਲੋ ਕਰਦੇ ਆ, ਫੀਡਬੈਕ ਦਿੰਦੇ ਆ, ਬਲਕਿ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਹੁਣ ਅਸੀਂ ਮੈਂ ਮੀਟਿੰਗਸ ਕੀਤੀਆਂ ਨੇ ਰੀਸੈਂਟਲੀ। ਸੋ ਸੈਕੰਡ ਜਨਰੇਸ਼ਨ ਦੇ ਜਿਹੜੇ ਬੱਚੇ ਨੇ ਖਾਸ ਕਰ ਜਿਨ੍ਹਾਂ ਨੂੰ ਬਹੁਤ ਵਧੀਆ ਐਕਸਪੀਰੀਅੰਸ ਹੈ ਉਹ ਤੁਸੀਂ ਵਾਈ ਮੀਡੀਆ ਦੇ ਅਲੱਗ-ਅਲੱਗ ਪਲੇਟਫਾਰਮ ਤੇ ਦੇਖੋਗੇ ਸਟਾਰਟਿੰਗ 15 ਦਸੰਬਰ 15 ਦਸੰਬਰ ਤੋਂ ਬਾਅਦ ਜਨਵਰੀ ਦੇ ਵਿੱਚ ਹੋਰ ਕਾਫੀ ਸਾਰੇ ਨਵੀਂ ਪ੍ਰੋਗਰਾਮਿੰਗ ਅਸੀਂ ਲਾਂਚ ਕਰਨੀ ਹੈ। ਔਰ ਉਹਨਾਂ ਦੇ ਵਿੱਚੋਂ ਵੀ ਕਿਹਾ ਨੇ ਕਿਹਾ ਹੈ ਕਿ ਜਿਹੜੀ ਤੁਹਾਡੀ ਕਵਰੇਜ ਹੈ ਸਪੈਸ਼ਲੀ ਡਿਊਰਿੰਗ ਦ ਪੈਂਡੇਮਿਕ ਔਰ ਇਲੈਕਸ਼ਨ ਦੀ ਜਿਹੜੀ ਤੁਹਾਡੀ ਐਨਾਲਿਸਿਸ ਹੈ, ਰਿਪੋਰਟਿੰਗ ਹੈ, ਉਹ ਬੜੀ ਇੰਟਰਸਟਿੰਗ ਰਹੀ ਹੈ। ਸੋ ਆਈ ਨੋਟ ਸਰਪ੍ਰਾਈਜ਼ਡ ਪੀਕੇ ਜੀ ਅੱਜ ਗੱਲ ਕਰ ਰਹੇ ਨੇ ਕਿ ਹੀ ਡਨ ਵੈਰੀ ਗੁੱਡ ਬਿਜ਼ਨਸ, ਕਿਉਂਕਿ ਐਥਿਕਸ ਇੱਕ ਵੀ ਕਾਲ ਮੇਰਾ ਖਿਆਲ ਹੈ ਵੀ ਅਸੀਂ 16-17 ਸਾਲ ਦੇ ਜਾਣਦੇ ਹਾਂ, ਅੱਜ ਤੱਕ ਇੱਕ ਵੀ ਕਾਲ ਨਹੀਂ ਆਈ ਜਿਹਨੇ ਇਹ ਗੱਲ ਕਹੀ ਹੋਵੇ ਜੀ ਪੀਕੇ ਜੀ ਨੇ ਮੈਨੂੰ ਇਸ ਪ੍ਰਾਪਰਟੀ 'ਚ ਫਸਾਤਾ ਹੋਵੇ। ਕਮਾਲ ਦਾ ਕੰਮ ਹੈ ਵੀ ਇਹ ਤੁਸੀਂ ਇੰਨੇ ਸਾਲਾਂ ਦੇ ਇੰਨੀਆਂ ਪ੍ਰਾਪਰਟੀ ਸੇਲ ਕਰ ਰਹੇ ਹੋ, ਇੱਕ ਵੀ ਕਾਲ ਨਹੀਂ ਆਈ। ਪੰਕਜ ਜੀ ਨੋਟ ਈਵਨ ਅ ਸਿੰਗਲ ਕਾਲ ਜਿਹਨੇ ਇਹ ਕਿਹਾ ਹੋਵੇ ਜੀ ਪੰਕਜ ਜੀ ਨੇ ਮੇਰੇ ਪੈਸੇ ਬਰਬਾਦ ਕਰਾਤੇ, ਖਰਾਬ ਕਰਾਤੇ। ਨੋ ਨੋਟ ਈਵਨ। ਹਾਲਾਂਕਿ ਕੰਮ ਹੈ ਜੀ, ਬਿਜ਼ਨਸ ਹੈ, ਉਹਦੇ ਵਿੱਚ ਉੱਪਰ ਥੱਲੇ ਹੁੰਦਾ ਰਹਿੰਦਾ ਹੈ। ਐਸਾ ਨਹੀਂ ਕਿ 100% ਸਭ ਠੀਕ ਹੋਏਗਾ, ਬਟ ਦਿਸ ਇਜ਼ ਹਾਊ ਨੋਟ ਈਵਨ ਅ ਸਿੰਗਲ ਕਾਲ। ਹਰ ਬੰਦਾ ਐਪਰੀਸ਼ੀਏਟ, ਹਾਂ ਐਪਰੀਸੀਏਸ਼ਨ ਦੇ ਮੇਰੇ ਆਪਣੇ ਬੰਦੇ ਕਈ ਵਾਕਫ ਨੇ ਜਿਨ੍ਹਾਂ ਨੇ ਐਪਰੀਸੀਏਸ਼ਨ ਦੀਆਂ ਬੜੀਆਂ ਕਾਲਸ ਕਰਦੇ ਨੇ ਕਿ ਪੀਕੇ ਜੀ ਨੇ ਜਨਾਬ ਸਾਨੂੰ ਉਹ ਘਰ ਦਿਲਵਾਇਆ, ਫਿਰ ਏਦਾਂ ਕਰ ਦਿੱਤਾ, ਇਹ ਫਾਇਦਾ ਕਰਾਤਾ, ਪੀਕੇ ਜੀ ਨੇ ਸਾਡਾ ਪਰਸਨਲੀ ਟੇਕ ਕੇਅਰ ਕੀਤੀ, ਪੰਕਜ ਜੀ ਦੇ
ਬਾਰੇ ਐਪਰੀਸੀਏਸ਼ਨ ਕਿ ਜੀ ਕਮਾਲ ਦਾ ਬੰਦਾ ਤੁਸੀਂ ਸਾਨੂੰ ਬੁਲਵਾਇਆ। ਸਰ ਜੀ ਮੇਰੇ ਕੋਲ ਇੱਕ ਪੰਕਜ ਜੀ ਤੁਹਾਡੇ ਤੇ ਮੈਂ ਇੱਕ ਜਾਣਨ ਦੀ ਛੋਟੀ ਗੱਲ ਕਰਾਂਗਾ, ਇੱਕ ਮੈਂ ਨਾਂ ਨਹੀਂ ਲੈ ਸਕਦਾ ਬਿਕੋਜ਼ ਪ੍ਰਾਈਵੇਸੀ, ਤੁਹਾਨੂੰ ਆਪਣੇ ਆਪ ਹੀ ਦੱਸ ਦੇਣਗੇ ਸੱਜਣ। ਮੇਰੇ ਕੋਲ ਇਨਵੈਸਟਮੈਂਟ ਵਾਸਤੇ ਆਏ ਸੀਗੇ ਤੇ ਮੇਰੇ ਕੋਲ ਅਯਾਜ਼ ਬਾਜੀ ਵੀ ਨਾਲ ਬੈਠੇ ਸੀਗੇ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਨਵੈਸਟਮੈਂਟ ਵਾਸਤੇ ਉਹਨਾਂ ਨੂੰ ਕਿਹਾ $1,00,000 ਡਾਲਰ ਤੁਸੀਂ ਹੋਰ ਕੱਢ ਲਓ, ਬੇਸ਼ੱਕ ਅਗਰ ਕਰ ਸਕਦੇ ਹੋ ਤੇ ਇਹ ਪ੍ਰਾਪਰਟੀ ਲੈ ਸਕਦੇ ਹੋ। ਤੇ ਬਹੁਤ ਹੀ ਮਜ਼ਾ ਆਇਆ। ਉਹਨਾਂ ਨੂੰ ਦੱਸਿਆ ਕਿ ਕਿਧਰੋਂ ਇੱਧਰ ਉੱਧਰ ਤੁਸੀਂ ਅਗਰ ਫੰਡ ਜਾਂ ਬੌਂਡ ਜਾਂ ਕਿਤੇ ਸ਼ੇਅਰ 'ਚ ਲਗਾ ਰੱਖੇ ਨੇ ਜਾਂ ਕਿਤੇ ਇਨਵੈਸਟਮੈਂਟ ਕੀਤੀ ਤਾਂ ਤੁਸੀਂ ਕਰ ਸਕਦੇ ਹੋ। ਆਈ ਫੈਲਟ ਪ੍ਰਾਊਡ ਸਰ ਕਿ ਉਸ ਬੰਦੇ ਨੇ ਤੁਹਾਡਾ ਨਾਂ ਲਿੱਤਾ ਔਰ ਕਿਹਾ ਕਿ ਮੇਰਾ ਪੈਸਾ ਹਾਂ ਇਹ ਲੱਗਿਆ ਹੋਇਆ ਹੈ ਪੰਕਜ ਮੋਗਾ ਕੋਲ, ਪਰ ਆਈ ਐਮ ਵੈਰੀ ਸੈਟਿਸਫਾਈਡ, ਮੈਂ ਉਹਨੂੰ ਨਹੀਂ ਕੱਢਾਂਗਾ। ਬੜਾ ਮਜ਼ਾ ਆਇਆ ਸੁਣ ਕੇ, ਮੈਨੂੰ ਆਪਣੀ ਗੱਲ ਯਾਦ ਆ ਗਈ। ਆਈ ਐਮ ਸੋ ਇੰਪ੍ਰੈਸਡ। ਤੁਹਾਨੂੰ ਆ ਜਾਏਗਾ ਫੋਨ ਉਹਨਾਂ ਦਾ, ਸ਼ਾਇਦ ਦੇਖ ਲੈਣਾ। ਔਰ ਅਗਰ ਉਹ ਸੁਣ ਰਹੇ ਤੇ ਬੇਸ਼ੱਕ ਹੁਣ ਲਾਈਨ ਤੇ ਆਉਣੇ ਆ ਕੇ ਕਹਿ ਦੇਣ ਕਿ ਬੜਾ ਮਜ਼ਾ ਆਇਆ। ਅਸੀਂ ਉਹਨੂੰ ਕਿਹਾ ਠੀਕ ਹੈ ਜੀ ਬਿਲਕੁਲ ਨਾ ਕਰੋ, ਇਫ ਯੂ ਆਰ ਸੈਟਿਸਫਾਈਡ। ਤੁਹਾਨੂੰ ਵੀ ਨਹੀਂ ਪਤਾ ਕਿੱਥੇ ਪੈਸਾ ਲੱਗਿਆ। ਉਹਦੇ ਜਨਰਲ ਸਲਾਹ ਆਯਾਜ਼ ਬਾਜੀ ਦੇ ਰਹੇ ਸੀਗੇ ਤੇ ਫਿਰ ਸੀਗਾ ਜਿੰਨਾ ਤੁਹਾਨੂੰ ਕਹਾ ਇਹਦੇ ਅੰਦਰ ਹੀ ਅਸੀਂ ਇਨਵੈਸਟਮੈਂਟ ਇੱਥੇ ਕਰਨੇ ਆ। ਦੈਟ ਸ਼ੋਜ਼ ਕ੍ਰੈਡੀਬਿਲਿਟੀ ਕਿ ਇੱਕ ਬੰਦਾ ਕਹਿੰਦਾ ਜੀ ਮੇਰਾ ਲੱਗਿਆ ਹੋਇਆ ਔਰ ਮੈਂ ਨਹੀਂ ਕੱਢਾਂਗਾ। ਅਸੀਂ ਕਿਹਾ ਵੈਰੀ ਨਾਈਸ, ਦਿਸ ਇਜ਼ ਵਾਟ ਹੈਪਨਡ। ਓਨਲੀ ਦਿਸ ਹੈਪਨਡ 3-4 ਦਿਨ ਪਹਿਲੇ। ਟੁਡੇ ਇਜ਼ ਵਾਟ, ਟੁਡੇ ਇਜ਼ ਵੈਡਨਸਡੇ। ਆਈ ਐਮ ਟਾਕਿੰਗ ਅਬਾਊਟ ਆਈ ਥਿੰਕ ਥਰਸਡੇ ਦੀ ਗੱਲ ਹੈ ਸ਼ਾਇਦ। ਠੀਕ ਹੈ ਵੈਰੀ ਗੁੱਡ ਜੀ, ਬਹੁਤ ਮਜ਼ਾ ਆਉਂਦਾ ਐਸੀ ਗੱਲ ਸੁਣ ਕੇ। ਸਵਾਲ ਨਾ ਰਹਿ ਜਾਣ, ਸਾਡੇ ਕੋਲ 5-10 ਮਿੰਟ ਰਹਿ ਗਏ ਨੇ ਹੋਰ, ਫਿਰ ਰੈਪ ਅਪ ਕਰਨ ਦੇ ਹੁਕਮ ਆ ਗਏ ਨੇ। ਸੁਖਵਿੰਦਰ ਸਾਹਿਬ ਦਾ ਸਵਾਲ ਹੈ, ਉਹ ਕਹਿੰਦੇ ਜੀ ਕੁਡ ਯੂ ਆਸਕ ਪੀਕੇ ਜੀ ਡਜ਼ ਰੈਂਟ ਇਨਕਰੀਜ਼ ਰੂਲ ਬਾय LTB ਅਪਲਾਈ ਟੂ ਡਿਟੈਚ ਹੋਮਸ ਬਿਲਟ ਆਫਟਰ and rented after November 15, 2018 in Ontario? जी सुख साहब ਦਾ ਸਵਾਲ। No, it doesn't apply. ਨਵੰਬਰ 18 ਦੇ ਬਾਅਦ ਨਹੀਂ ਅਪਲਾਈ ਹੁੰਦੇ। ਅੱਛਾ ਠੀਕ ਹੈ ਜੀ, ਸੁਣ ਲਿਆ ਜੀ ਤੁਸੀਂ, ਉਹ ਅਪਲਾਈ ਨਹੀਂ ਹੁੰਦਾ। ਠੀਕ ਹੈ ਜੀ। ਅੱਛਾ ਜੀ ਅਗਲਾ, ਹਾਂਜੀ ਨਰਿੰਦਰ, ਹਾਂਜੀ ਕਾਲਰ ਰਿਕੁਐਸਟ ਹੈ, ਕਾਲ ਵੀ ਲਵਾਂਗਾ ਮੈਂ, ਇੱਕ ਮਿੰਟ ਜਰਾ ਹੋਲਡ ਕਰ ਲੈਣਾ ਕਿਉਂਕਿ ਟੈਕਸਟ ਵੀ ਆਏ ਹੋਏ ਨੇ। ਨਰਿੰਦਰ ਸਾਹਿਬ ਦਾ ਸਵਾਲ ਹੈ, ਉਹ ਕਹਿੰਦੇ ਜੀ ਆਪਣੇ ਐਕਸਪਰਟਸ ਨੂੰ ਪੁੱਛੋ, ਉਹਨਾਂ ਨੇ ਮੈਸੇਜ ਭੇਜਿਆ, ਉਹਨਾਂ ਨੇ ਮੈਨੂੰ ਇੱਕ ਸਕਰੀਨਸ਼ਾਟ ਭੇਜਿਆ। ਪੀਕੇ ਜੀ ਇਹ ਤੁਹਾਨੂੰ ਸਵਾਲ ਦਾ ਜਵਾਬ ਦੇਣਾ ਪਏਗਾ। ਉਹਦੇ ਵਿੱਚ ਨਾ ਹੈਡਲਾਈਨ ਹੈਗੀ ਹੈ ਗਲੋਬਲ ਨਿਊਜ਼ ਦੀ ਹੈਡਲਾਈਨ ਹੈ hoping for a steep drop in home prices next year. It's unlikely, Royal LePage says. Global News ਦੀ ਹੈਡਲਾਈਨ ਦਾ ਮੈਨੂੰ ਉਹਨੇ ਸਕਰੀਨਸ਼ਾਟ ਭੇਜ ਦਿੱਤਾ ਜੀ। ਹਾਂਜੀ ਜੀ, ਇਹ ਜਿਹੜੀ ਰਾਇਲ ਲਪੇਜ ਨਿਊਜ਼ ਦੀ ਗੱਲ ਕਰ ਰਹੇ ਨੇ, ਇਹ ਰਾਇਲ ਲਪੇਜ ਦੀ ਹੀ ਨਿਊਜ਼ ਕੱਲ ਦੀ ਵੀ ਪੜ੍ਹ ਲੈਣ। ਉਹਦੇ ਅੰਦਰ 1% ਕਹਿ ਰਹੇ ਨੇ। ਹੁਣ ਕਿਹੜੀ ਰਿਪੋਰਟ ਕਿੰਨੀ ਪੁਰਾਣੀ ਹੈ ਆਈ ਡੋਂਟ ਨੋ, ਬਟ ਸਟੀਪ ਡਿਕਲਾਈਨ ਦੇ ਅੰਦਰ ਮੈਂ ਸਹਿਮਤ ਨਹੀਂ ਹਾਂ। ਰਾਇਲ ਲਪੇਜ अपनी जगह होएगा, रीमेक अपनी जगह होएगा, मैं अपनी जगह हैगा। मार्केट स्ट्रॉन्ग से बिल्कुल नहीं हैगी, यू आर राइट, बट स्टीप डिक्लाइन आई डोंट एग्री। शॉर्टेज हो जानी है। नहीं रॉयल पेज ये हेडलाइन भी यही कह रही है क्यों कहते अनलाइकली ऐसा नहीं होएगा। वो कहते अनलाइकली ओके या मैं कहा रिपोर्ट परसों आई, परसों या कल आई रिपोर्ट वाली। हाँ बिल्कुल अनलाइकली है, ही इज राइट। मैं कहा शायद तो कह रहे हैं लाइकली, मैं तो अनलाइकली पढ़ी सीगी जी। ਉਹਨਾਂ ਨੇ 1% ਦੀ ਗੱਲ ਕੀਤੀ ਹੈ ਜੀ, 1% ਦੀ ਗੱਲ ਕੀਤੀ ਹੈ ਉਹਨਾਂ ਨੇ। ਹਾਂਜੀ ਹਾਂਜੀ ਹਾਂ, ਇਹ ਸਰ ਓਨਲੀ 1%, ਓਨਲੀ 1%। ਜੀ ਕਿਉਂਕਿ ਮੇਰੇ ਖਿਆਲ ਦੇ ਨਾਲ ਸਰ ਜਿਹੜਾ ਮੇਜਰ ਫੈਕਟਰ ਹੈ ਨਾ ਉਹ ਇਮੀਗ੍ਰੇਸ਼ਨ ਫੈਕਟਰ ਹੈ। ਅਸੀਂ ਉਹਨੂੰ ਇਗਨੋਰ ਨਹੀਂ ਕਰ ਸਕਦੇ। ਜਿਹੜਾ ਇੰਨੀ ਤੇਜ਼ੀ ਦੇ ਨਾਲ ਇਮੀਗ੍ਰੇਸ਼ਨ ਹੋਰ ਆਉਣੀ ਹੈ ਇੱਥੇ, ਤੇ ਔਰ ਜਿਹੜੇ ਨਵੇਂ ਕਮਰਸ ਨਿਊ ਕਮਰ ਜਿਹੜੇ ਕੈਨੇਡਾ ਤੋਂ ਹੈਗੇ ਨੇ ਉਹਦੇ ਵਿੱਚੋਂ 30% ਇਹ ਨੈਸ਼ਨਲ ਮੈਂ ਕੋਟ ਕਰਦਾ ਜੀ ਜਿਹੜੇ ਵੀ, ਕਿਉਂਕਿ ਅਸੀਂ ਨੰਬਰ ਜਾਂ ਫਿਗਰ ਸਾਡਾ ਇੱਕ ਬੜਾ ਇੰਪੋਰਟੈਂਟ ਚੀਜ਼ ਹੈ ਵਾਇਰ ਮੀਡੀਆ ਤੇ। ਮੈਂ ਐਜ਼ ਅ ਰੂਲ ਸਭ ਨੂੰ ਜਿਹੜੇ ਵੀ ਨਵੇਂ ਵੀ ਹੁਣ ਸਾਡੇ ਕਰਦੇ ਨੇ ਨਾ ਨਾਲ ਹੋਸਟ ਕਰਦੇ ਨੇ ਉਹਨਾਂ ਨੂੰ ਮੈਂ ਇਹੀ ਗਾਈਡ ਕਰਦਾ ਰਹਿੰਦਾ ਕਿ ਇੱਕ ਫਲਾਇਰ ਔਰ ਅਖਬਾਰ 'ਚ ਇੱਕੋ ਹੀ ਫਰਕ ਹੁੰਦਾ ਹੈ। ਫਲਾਇਰ ਦੇ ਉੱਤੇ ਮਿਸਪ੍ਰਿੰਟ ਹੋ ਗਿਆ ਜੀ, ਹਾਂਜੀ ਜੀ ਸੇਲ ਲੱਗੀ ਸੀ 10%, 8% ਵੀ ਹੈ, ਲੋਕਾਂ ਨੇ ਦੇ ਵਿਲ ਠੀਕ ਹੈ ਯਾਰ ਚੱਲ 10% ਦੀ 8 ਹੈ। ਅਖਬਾਰ ਜਿਹੜੀ ਹੈ ਨਾ ਮੀਡੀਆ ਜਿਹੜਾ ਕੰਮ ਹੈ, ਨੰਬਰ ਤੁਹਾਡਾ ਇੱਕਦਮ ਐਕੂਰੇਟ ਚਾਹੀਦਾ ਹੈ ਔਰ ਤੁਹਾਡਾ ਸੋਰਸ ਇੱਕਦਮ ਐਕੂਰੇਟ ਚਾਹੀਦਾ ਹੈ। ਜੇ ਸੋਰਸ ਠੀਕ ਨਹੀਂ ਹੈ, ਨੰਬਰ ਐਕੂਰੇਟ ਨਹੀਂ ਹੈ, ਉਹ ਫਿਰ ਮੀਡੀਆ ਸਾਰਾ ਖਰਾਬ ਕਰਦਾ। ਐਨੀਵੇਜ਼ ਮੁੱਦੇ ਤੇ ਆ ਜਾਂਦੇ ਆ। ਨੈਸ਼ਨਲ ਬੈਂਕ ਦੇ ਹਵਾਲੇ ਨਾਲ ਮੈਂ ਤੁਹਾਨੂੰ ਦੱਸ ਰਿਹਾ 30% ਜਿਹੜੇ ਉਹਨਾਂ ਦੀ ਉਮਰ 24 ਸਾਲ ਤੋਂ 44 ਸਾਲ ਹੈ। ਸੋ 24 ਸਾਲ ਤੋਂ 44 ਸਾਲ ਜਿਹੜੇ ਨਵੇਂ ਇਮੀਗ੍ਰੈਂਟਸ ਨੇ 30% ਆ ਰਹੇ ਨੇ। ਸੋ ਇਹ ਪ੍ਰਾਈਮ ਏਜ ਫॉर ਬਾਇੰਗ ਗਿਣੀ ਜਾਂਦੀ ਹੈ। ਪੀਕੇ ਜੀ ਮੈਨੂੰ ਦੱਸ ਸਕਦੇ, ਮੈਂ ਨੈਸ਼ਨਲ ਬੈਂਕ ਆਫ ਕੈਨੇਡਾ ਦੇ ਹਵਾਲੇ ਦੇ ਨਾਲ ਤੁਹਾਡੇ ਲਈ ਦੱਸ ਰਿਹਾ ਸਾਰੀ ਰਿਪੋਰਟ। ਔਰ ਉਹਨਾਂ ਦਾ ਕਹਿਣਾ ਹੈਗਾ ਯੈਸ ਉਹ ਜਿਹੜੇ ਆਉਣਗੇ, ਸੋ ਜਿਹੜੇ ਇੱਥੇ ਲੋਕ ਆਉਂਦੇ ਨੇ ਉਹ 53% ਜਿਹੜੇ ਨੇ ਉਹ ਜੇ ਅੱਜ ਤੋਂ ਅਸੀਂ ਗੱਲ ਕਰੀਏ 5 ਤੋਂ 10 ਸਾਲ ਦੇ ਵਿੱਚ 53% ਉਹ ਹੋਮ ਓਨਰਸ ਬਣ ਜਾਂਦੇ ਨੇ। ਸੋ ਔਰ ਟੋਰਾਂਟੋ, ਵੈਨਕੂਵਰ, ਇਹ ਕੈਲਗਰੀ, ਇਹ ਇੱਥੇ ਓਨਰਸ਼ਿਪ ਰੇਟਸ ਜਿਹੜੇ ਨੇ ਉਹ ਜਿਹੜੇ ਲੋਕ ਕੈਨੇਡੀਅਨ ਬੋਰਨ ਨੇ ਉਹਨਾਂ ਤੋਂ ਜ਼ਿਆਦਾ ਨੇ। ਇਮੀਗ੍ਰੈਂਟ ਜ਼ਿਆਦਾ ਰੁਚੀ ਦਿਖਾਉਂਦੇ ਨੇ ਘਰ ਖਰੀਦਣ ਦੇ ਵਿੱਚ। ਸੋ ਇਹ ਸਾਰਾ ਨੰਬਰ ਦੱਸ ਰਿਹਾ ਜਿੱਥੋਂ ਮੈਨੂੰ ਲੱਗ ਰਿਹਾ ਕਿ ਯੈਸ ਬਾਕੀ ਸਾਰੇ ਫੈਕਟਰਸ ਜੋ ਚੱਲ ਰਹੇ ਨੇ, ਇਨਫਲੇਸ਼ਨ, ਇੰਟਰਸਟ ਰੇਟ ਉਹ ਇੱਕ ਤਰਫ ਹੈ, ਲੇਕਿਨ ਇਹਦੇ ਨਾਲ ਰੀਅਲ ਸਟੇਟ ਆ ਸਟੀਪ ਡਿਕਲਾਈਨ ਥੱਲੇ ਜਾਣਾ ਹੈ, ਉਹ ਕੋਈ ਲੰਬੀ ਚੌੜੀ ਗੱਲ ਮੈਨੂੰ ਨਜ਼ਰ ਨਹੀਂ ਆ ਰਹੀ। ਲੌਂਗ ਰਨ ਦੇ ਵਿੱਚ ਮਾਮਲਾ ਜਿਹੜਾ ਹੈ ਉਹ ਉੱਪਰ ਹੀ ਜਾ ਸਕਦਾ। ਪੀਕੇ ਜੀ ਤੁਹਾਡੇ ਐਕਸਪਰਟ ਕਮੈਂਟ।
ਸਰ ਅਗਲੇ ਸਾਲ ਅਸੀਂ ਦੀਵਾਲੀ ਤੋਂ ਪਹਿਲੇ ਇਹੀ ਗੱਲ ਕਰਾਂਗੇ ਕਿ ਸਾਡਾ 14 ਦਸੰਬਰ ਦਾ ਟਾਕ ਸ਼ੋ ਕੱਢ ਲਓ। ਅਸੀਂ ਇਹੀ ਗੱਲ ਕਹੀਏ ਕਿ ਇਹ ਥੱਲੇ ਗਿਰ ਨਹੀਂ ਸਕਦਾ। ਰਿਕਾਰਡਿੰਗ ਕੱਢ ਲਓ, ਨਹੀਂ ਤਾਂ ਮੇਰੀ ਵੈਬਸਾਈਟ ਜਾ ਕੇ ਰਿਕਾਰਡਿੰਗ ਸੁਣ ਲੈਣਾ। ਇਹ ਅਗਲੇ ਸਾਲ ਦੀਵਾਲੀ ਤੱਕ ਤੁਸੀਂ ਦੇਖ ਲੈਣਾ ਮਾਰਕੀਟ ਅੰਦਰ ਸ਼ਾਰਟੇਜ शुरू हो जाएगी। ठीक है, हाँ जी। और मनबीर सिंह होना का कहना है, कैन यू आस्क पीके जी इफ बैंक ऑफ कैनेडा हैज लॉस्ट देयर क्रेडिबिलिटी, शुड वी ट्रस्ट देम? आई थिंक वी शुड ट्रस्ट देम, दे आर डूइंग वंडरफुल जॉब। मैं ते मेरे हिसाब ਨਾਲ ਬਹੁਤ ਚੰਗਾ ਜੌਬ ਕਰ ਰਹੇ ਨੇ ਉਹ, ਐਸੀ ਗੱਲ ਨਹੀਂ ਹੈਗੀ। ਸੰਭਾਲ ਕੇ ਰੱਖਿਆ ਹੋਏਗਾ। ਅਗਲੇ ਨੇ ਕਲੀਅਰ ਕਮੈਂਟਸ ਦੇ ਦਿੰਦੇ ਨੇ, ਸਾਫ਼ ਉਹਨਾਂ ਨੇ ਕਹਿਤਾ ਹੈਗਾ ਕਿ ਵੀ ਜਿਹਨੂੰ ਕਹਿੰਦੇ ਨੇ ਸਾਨੂੰ ਕਿਸ ਤਰ੍ਹਾਂ ਦੀ ਅਪਰੋਚ ਕਰਨੀ ਹੈ, ਕਿਸ ਤਰ੍ਹਾਂ ਕਰਨਾ, ਅਗਲੇ ਓਪਨ ਕਰਕੇ ਚਲੇ ਜਾਂਦੇ ਨੇ। ਉਹ ਆਈ ਥਿੰਕ ਕਿ ਵੀ ਦੇ ਆਰ ਡੂਇੰਗ ਗੁੱਡ ਜੌਬ। ਬਾਕੀ ਪੰਕਜ ਜੀ ਤੁਸੀਂ ਦੱਸੋ ਤੁਹਾਡਾ ਕੀ ਵਿਚਾਰ ਹੈਗਾ? ਬਿਲਕੁਲ ਯੁਧਵੀਰ ਜੀ ਹੋ ਕੀ ਰਿਹਾ, ਦੇ ਆਰ ਮੇਰੇ ਖਿਆਲ ਉਹਨਾਂ ਨੇ ਜਿਹੜੀ ਹੈਡਲਾਈਨ ਪੜ੍ਹ ਲਿੱਤੀ ਉਹਨਾਂ ਦੀ ਹੈਡਲਾਈਨ ਇਹ ਸੀਗਾ, ਦੇ ਡੋਂਟ ਵਾਂਟ ਟੂ ਲੂਜ਼ ਦੇਅਰ ਕ੍ਰੈਡੀਬਿਲਿਟੀ। ਸੋ ਬੇਸਿਕਲੀ ਇਹ ਜਿਹੜੀ ਇਨਫਲੇਸ਼ਨ ਦੀ ਜਿਹੜੀ ਪ੍ਰੋਬਲਮ ਸੀਗੀ, ਕਿਉਂਕਿ ਬੈਂਕ ਆਫ ਕੈਨੇਡਾ ਦਾ ਇੱਕੋ ਹੀ ਮੈਂਡੇਟ ਹੈ ਇਨਫਲੇਸ਼ਨ ਥੱਲੇ ਲਿਆਣਾ। US ਦੇ ਬੈਂਕ ਦੇ ਦੋ ਮੈਂਡੇਟ ਨੇ, ਇਨਫਲੇਸ਼ਨ ਕੰਟਰੋਲ ਕਰਨਾ ਤੇ ਜੌਬ ਮਾਰਕੀਟ ਨੂੰ ਸੰਭਾਲ ਕੇ ਰੱਖਣਾ। ਸੋ US ਇਜ਼ ਇਨ ਮੋਰ ਪ੍ਰੋਬਲਮ ਦੈਨ ਕੈਨੇਡਾ। ਸੋ ਕੈਨੇਡਾ ਦੇ ਵਿੱਚ ਬੈਂਕ ਆਫ ਕੈਨੇਡਾ, ਬਲਕਿ ਮੇਰੇ ਖਿਆਲ ਬੈਂਕ ਆਫ ਕੈਨੇਡਾ ਜਿੰਨਾ ਸੋਸ਼ਲ ਮੀਡੀਆ ਤੇ ਇਸ ਵੇਲੇ ਆਇਆ ਹੋਇਆ ਹੈ, ਹਰੇਕ ਟਵਿੱਟਰ ਆ ਰਹੀਆਂ ਨੇ ਜਾਂ ਉਹਨਾਂ ਦੇ ਜਿਹੜੇ ਉਹਨਾਂ ਦੇ ਆਪਦੇ ਮੀਟਿੰਗਸ ਹੁੰਦੀਆਂ ਰਹਿੰਦੀਆਂ ਨੇ, ਸਪੀਚਸ ਹੁੰਦੀਆਂ ਨੇ। ਮੇਰੇ ਖਿਆਲ ਪਿਛਲੇ ਕਈ ਸਾਲਾਂ ਤੋਂ ਬਾਅਦ ਕੋਈ ਇਹੋ ਜਿਹਾ ਗਵਰਨਰ ਆਇਆ ਜਿਹੜਾ ਕਿ ਆਪਦੇ ਆਪ ਨੂੰ ਇਹ ਜਨਤਾ ਨੂੰ ਦਿਖਾਣਾ ਚਾਹ ਰਿਹਾ, ਦੱਸਣਾ ਚਾਹ ਰਿਹਾ, ਪਹਿਲਾਂ ਤੋਂ ਹੀ ਦੱਸਣਾ ਚਾਹ ਰਿਹਾ ਕਿ ਮੈਂ ਕਰਨਾ ਕੀ ਚਾਹ ਰਿਹਾ। ਅਦਰਵਾਈਜ਼ ਪਹਿਲਾਂ ਕੀ ਹੁੰਦਾ ਸੀਗਾ, ਪਿਛਲੇ ਜਿਹੜੇ ਗਵਰਨਰ ਸੀਗੇ ਉਹ ਚੁੱਪਚਾਪ ਜੋ ਵੀ ਕਰਨਾ ਸੀ ਕਰ ਜਾਂਦੇ ਸੀਗੇ, ਲੇਕਿਨ ਬਲਕਿ ਇਹਨਾਂ ਨੇ ਆਪਦੀ ਕ੍ਰੈਡੀਬਿਲਿਟੀ ਹੋਰ ਵਧਾ ਦਿੱਤੀ ਹੈ ਕਿ ਜਿਹੜਾ ਵੀ ਕਹਿ ਰਹੇ ਨੇ ਉਹ ਸੱਚ ਹੁੰਦਾ ਜਾ ਰਿਹਾ। ਜੋ ਜਿਹੜੀਆਂ ਵੀ ਸਪੀਚਾਂ ਉਹ ਦੇ ਰਹੇ ਨੇ ਉਹ ਸੱਚ ਹੁੰਦੀਆਂ ਜਾ ਰਹੀਆਂ ਨੇ। ਅਸੀਂ ਦੇਖ ਰਹੇ ਹਾਂ ਉਸ ਚੀਜ਼ ਨੂੰ, ਅਸੀਂ ਉਹਨੂੰ ਇਹ ਮਹਿਸੂਸ ਕਰ ਸਕਦੇ ਹਾਂ। ਹੁਣ ਉਹ ਅਗਲੇ ਸਾਲ ਤੱਕ ਦੀ ਤੁਹਾਨੂੰ ਗੱਲ ਕਰ ਰਹੇ ਨੇ ਵੀ ਅਗਲੇ ਸਾਲ ਹੋਵੇਗਾ ਕੀ। 2023 ਚ ਅਸੀਂ ਮਲਟੀਪਲ ਆਫ ਕੁਆਰਟਰ ਅਸੀਂ ਦੇਖਾਂਗੇ ਕਿ ਨੋ ਗਰੋਥ ਦੇ ਦੇਖਾਂਗੇ, ਅਸੀਂ ਪੇਨ ਹੋਏਗਾ, ਜੋਬ ਲਾਸ ਹੋ ਸਕਦੀਆਂ ਨੇ। ਇਹ ਸਾਰਾ ਕੁਝ ਹੁਣੇ ਤੋਂ ਤੁਹਾਨੂੰ ਪਹਿਲਾਂ ਹੀ ਪ੍ਰੀਪੇਅਰ ਕਰਨਾ ਚਾਹ ਰਹੇ ਨੇ। ਸੋ ਦੇ ਹੈਵ ਮੋਰ ਕ੍ਰੈਡੀਬਿਲਿਟੀ ਨਾਓ ਦੈਨ सर। 4 इकोनॉमिस्ट में पढ़ रहे सीगा, चारा ने बेंजामिन ताल, रॉबर्ट हुक, डग पोर्टर, जेम्स लाइट, इन्होंने बिल्कुल यही गल कही है कि दे आर वेरी ओपन ऑन, वेरी हैप्पी। इन्होंने उन्होंने दी लैंग्वेज उत्ते ही ते अपने कमेंट दिते ने सारे ने ले आके। आई थिंक दे आर वेरी ओपन। यू आर वेरी राइट मोंगा साहब जी। अगला सवाल जी इकबाल साहब दा है, सर क्वेश्चन फॉर मिस्टर पीके, इन कैलगरी विद कॉन्डोज स्टार्टिंग अराउंड 2K मतलब 2 to 3K, मतलब 2-3 लाख दे कह रहे होने, इन्हां दा मतलब ये होना कॉन्डो स्टार्टिंग अराउंड 2 to 3 लाख 2 to 3K। व्हाई वुड एनीबडी हु हैज अ जॉब कैन इजीली क्वालिफाई टू बाय अ कॉन्डो विल प्रेफर टू लिव ऑन रेंट? व्हाई इन्वेस्ट इन कैलगरी? जी ठीक है जी। मैं आई एम नॉट कंफर्टेबल। सीधी गल है, मैंने तो वो जी कहानी कैलगरी दी वो सिर्फ ऑयल नाल रिलेटेड लगती हैगी, गैस ऑयल नाल लगती रिलेटेड, इसलिए मैं कंफर्टेबल नहीं हैगा। टू गुड टू बी ट्रू हैगा। प्रॉब्लम उत्थे आनी शुरू हो गई ने, तुसीं लेटेस्ट जगह पढ़ लो उत्थे बिल्डर हुण की कर रहे हैं की नहीं कर रहे। आई एम नॉट कंफर्टेबल। मैं अपनी पर्सनल विचार दे रहा जी। जो उत्थे रह रहे हैं, जो उत्थे रह रहे हैं और जॉब कर रहे हैं, वो खरीद के बह जाए, बड़ा सस्ता मिल रहा है, वेरी नाइस। पर इन्वेस्टमेंट पॉइंट ऑफ व्यू नाल आई डोंट थिंक, मैं टू बी वेरी ऑनेस्ट मैं एक भी नहीं बेचा, नॉट इवन वन। अच्छा कैलगरी जी यस सॉरी मैं कुछ मेरी भी आपदी थिंकिंग है जिवें पीके जी ने कहा, मैं उत्थे नहीं खरीदा प्रॉपर्टी जिथे मैं रहिंदा नहीं हां। मैं नहीं कह रहा, मैं सॉरी गलत होगी लाइन, मैं चैटम भी खरीदी है। मैं पीके जी के कहने से चैटम की गल हमेशा करता रहता, फिर भी चलो नेड़े मैं चाहना कि मैनू 2 घंटे तो ज्यादा ना लगन या 3 घंटे तो ज्यादा ना लगन उत्थे पहुंचने वास्ते, बस वो भी प्लेन ते नहीं, आपदी कार बाय कार। सो अगर मैनू कोई मेरा रेंटल ते दित्ती हो कहे भाई साहब प्लम्बिंग की जरूरत है और मैं कहा यार बुला ले आपे आप ही करा ले, पता नहीं केड़ा प्लम्बर बुलावेगा ते की करावेगा ते की करेगा। मैं अगर खुद जा सकदा, मैं किसी बंदे नू जानना नजदीक है, मैं उन्होंने ठीक करा सकदा। 1 महीने किराया नहीं दिता, अगले महीने तुसीं प्लेन फड़ के जाओगे उत्थे उनके पिछे घूमने वास्ते। सो मेरे हिसाब नाल जो मैं आपकी थिंकिंग रखदा, जिवें पीके जी ने कहा, मेरी प्रॉपर्टी उन्नी दूर होनी चाहिए जिन्नी दूर च मैं कार से बह के 2 घंटे 2.5 घंटे पहुंच सका। बस दूसरा वर्ड है जिन्होंने मैं जफ्फी मार सका, खुद खड़े हो गए, बस सही बात है बिल्कुल।
ਇੱਕ ਚੀਜ਼ ਮੈਂ ਤੇ ਪੰਕਜ ਜੀ ਨਾ ਉਸ ਦਿਨ ਬੈਠੇ ਸਰ, ਜਦੋਂ ਪੀਕੇ ਜੀ ਆਪਣਾ ਜਦੋਂ ਪ੍ਰੋਗਰਾਮ ਹੋਇਆ ਨਾ, ਸੈਮੀਨਾਰ ਹੋਇਆ ਤੁਹਾਡਾ, ਪਹਿਲੀ ਵਾਰ ਤੁਹਾਡਾ ਸੈਮੀਨਾਰ ਅਟੈਂਡ ਕੀਤਾ, ਬਹੁਤ ਅਸੀਂ ਇੰਜੋਏ ਕੀਤਾ, ਤੇ ਮੈਂ ਤੇ ਪੰਕਜ ਜੀ ਬਿਲਕੁਲ ਨਾਲ ਬੈਠੇ ਸੀ। ਇੱਕ ਮੈਂ ਲਾਈਨ ਆ ਜਿਹੜੀ ਤੁਸੀਂ ਉਹਨੇ ਗੱਲ ਕੀ ਨਾ, ਇੱਕ ਲਾਸਟ ਕਾਲ ਅਸੀਂ ਹੋਰ ਲਾਂਗੇ, ਪ੍ਰੋਗਰਾਮ ਰੈਪ ਅਪ ਕਰਨ ਦੇ ਹੁਕਮ ਆ ਗਏ ਨੇ, ਬਾਕੀ ਸਵਾਲ ਜਵਾਬ ਨੈਕਸਟ ਵੈਂਸਡੇ ਜਿਹੜੇ ਨੇ ਜਾਰੀ ਰਹਿਣਗੇ। ਅੱਛਾ, ਮੈਂ ਤੁਹਾਨੂੰ ਯਾਦ ਕਰਾਉਣਾ ਸਰ, ਮੈਂ ਔਰ ਪੀਕੇ ਪੰਕਜ ਜੀ ਅਸੀਂ ਪ੍ਰੋਗਰਾਮ ਸੁਣਿਆ ਤੁਹਾਡਾ, ਬੜਾ ਅਸੀਂ ਹੱਸੇ, ਬੜੀ ਤੁਸੀਂ ਬਹੁਤ ਵਧੀਆ ਗੱਲ ਕਹੀ, ਮੈਨੂੰ ਬਹੁਤ ਮਜ਼ਾ ਆਇਆ ਗੱਲ ਸੁਣ ਕੇ। ਤੁਸੀਂ ਸਾਰੀਆਂ ਗੱਲਾਂ ਮਜ਼ੇਦਾਰ ਸੀ ਤੁਹਾਡੀਆਂ। ਤੁਸੀਂ एक गल कही उस दिन सेमिनार जे, कहते अगर आपको कॉल आ जाए कि टेनेंट की कॉल आ जाए कि मेरा रेफ्रिजरेटर खराब हो गया और आपके सर में दर्द होना शुरू हो जाए, फिर इसका मतलब आपके लिए नहीं है, आप लॉन्ग टर्म वो जो तुसी दस्या भी जेडे घर बाद मिलते ने प्री कंस्ट्रक्शन, आपके लिए फिर वो ठीक है। मैं पंकज जी ने कहा, मैं कहा मजा आ गया पीके जी की गल सुन के, मैं कहा टेनेंट दी कॉल, सानू तो घरों कॉल आ जाए भी रेफ्रिजरेटर ठीक नहीं है, सानू तां सिर दर्द हो जाता है। बिल्कुल मेरी लाइन सीगी, बिल्कुल ठीक है, मेरी लाइन सी, अगर टेनेंट कहता कि फ्रिज खराब हो गया और तुम्हारा दिमाग खराब हो जाए तो फिर तुम उस लायक नहीं हो। बड़ा मजा आएगा। मैं कहा पीके जी ने तत कटे निचोड़ कट के पकड़ा देंगे भी आप पकड़ो जी कितना करना है तुम इन्वेस्टमेंट। लास्ट कॉल जी लिटरली मैनू ये लाइन कही होती वीर जी ने, घरों फोन आ जावे तां दिमाग खराब। मैं कहा पंकज जी पीके जी ने क्या मतलब ना, पीके जी ने डेफिनेशन ऐसी बनाती है बंदे को समझ आ जाता है भी मैं इन्वेस्टमेंट करनी किहड़े पासे हैगी है, डेफिनेशन। मैं कहा पंकज जी मैं तो घरों फोन आ जाए जी ये चीज खराब है, तो मैनू मैं कहना यार इत्थे काम संभालीए कि घर दा काम संभालीए। अच्छा जी, हाँ जी, लास्ट कॉल की कॉल की गुंजाइश है। हाँ जी, तुसी अपने ऑन द एयर कर लो जी। गिरीश जी, हाँ जी, जलंधर वाले गिरीश जी, हाँ जी, गो हैड। ये तो जी नमस्कार जी, गुड आफ्टरनून पीके जी नूं ते पंकज जी नूं नमस्कार। देखो पीके साहब दी गल्लां ना मैं सारी ना 100% एग्री करदा, बट थोड़ियां जी अज गल्लां मैनूं मैं डिसएग्री करूंगा, सॉरी पीके जी, वो मैं तुहानूं हाईलाइट भी कर दिंदा। पंकज जी ना मेरी ऑफ देयर भी गल हुंदी, मैं इन्हां दी गल्लां नूं बहुत एडमायर करदा। पीके जी तुसीं अपना चलो पुराना टाइम याद किया, साडे बजुर्गां टाइम आई सीगा, पर जे उही टाइम आ जाएगा ना ते साडी ग्रोथ भी रुक जाएगी, साडा स्किल भी रुक जाएगा ते असीं लाइफ च तरक्की नहीं कर सकते। इसलिए मैनूं लगदा पीके जी हो सकदा मैं तुहाडे तो बहुत नॉलेज च उम्र च बहुत छोटा वां, बट मैनूं लगदा जे चैलेंजेस नहीं आउणगे ना ते ग्रोथ भी रुक जाएगी। जे आपां उही माइंडसैट नाल चलदे रहांगे पीके जी भी पुराना टाइम इदां सीगा। मेरी पर्सनल सोच यही है खर्चे घटाउण दी बजाय अपनी इनकम नूं वधाया जावे। जे इनकम नूं वधावांगे ते साडे खर्चे भी पूरे हो जाणगे। इसलिए मैं नहीं ਮੰਨਦਾ कि सानू खर्चे घटा के लाइफ स्टाइल उदा करना चाहिए। चैलेंजेस आन कि जी देखो मेरे अंकल बहुत मैं उन्होंने फॉलो करता, ही इज इन फ्रांस, ही ओन्स लाइक 15 रेस्टोरेंट इन फ्रांस। वो कहते जे तुहाडे को चैलेंजेस नहीं होणगे ना तुसीं ग्रोथ नहीं कर सकते। सब तो पहला तुहाडी स्ट्रगल जिहड़ी है ना, तुहाडी नेचर तुहाडा एग्जाम लैंदी है। जे तुहाडी जॉब 50,000 दी है ना पीके जी, ते तुहाडा कंपीटीशन भी 50,000 दा होएगा। जे जॉब 2 लाख दी है ते तुहाडा मुकाबला भी होएगा। इसलिए मैनूं लगदा जे चैलेंजेस लाइफ च लेने हैं ना ते ग्रोथ भी उस सामने मिलेगी। मैं नहीं तुहाडे पीके जी सॉरी बिल्कुल ठीक है। नो सर मैं अपील करांगा कि मैं आपनूं रीफ्रेज कर दिया जो मैं क्या सीगा। मैं तुहानूं याद है डायलॉग बारे सीगा, आवश्यकता आविष्कार की जननी है। तो थोड़ी मेरी गल तो एक ही हो गई, आवश्यकता हरी बढ़ेगी ताई तो आविष्कार के नवी नवी गल्लां होणगियां। जिहड़ी पुरानी गल्लां कर रहे सीगे, मैं नहीं कह रहा कि वो पुरानी गल्लां दोबारा वापस आ जान, पर बैलेंसिंग एक्ट होना बड़ा जरूरी है। जितने मैं कह रहा जी फैशन बदल गया तो है कर दे पता चला जी 100 जोड़े जूते ते पे ने ते 100 जोड़े सूट दे पे ने अज खराब होए बगैर। आजकल तो पॉलिश का जमाना खत्म हो गया, शूज बदल दे। मैं लोगों ने देखा कि यार ये शूज मैले हो गए हैं, अब बदल दो, अब नए लेके आ रहे क्योंकि पॉलिश करनी ही नहीं और वो कपड़ा मार के जब तक साफ हो रहे ने तो हो रहे ने। बिल्कुल तरक्की की लोड़ है। लागे जी क्या कि जी खर्चा घटाने की बजाय अगर इनकम वधा लो, उसका जवाब हैगा कि इनकम वधाना तुहाडे हत्थ च नहीं है, बट तुसीं जरूर फाइट करो, पर खर्चा घटाना तुहाडे हत्थ च है। मेरा मतलब है सीगा उन दूसरे पासे ना लेना। मैं क्या जो चीज तुम्हारे हाथ में है वो तो कर सकते हो, दैट डजंट मीन कि तुसीं इनकम वास्ते काम ही ना करो। वो तो स्ट्रगल करनी है सर, वो तो मस्ट हैगा। इस बात तो मैं थोड़ा बिल्कुल सहमत हैगा कि इनकम बढ़ाने के लिए आपको मेहनत करनी है। इसका मतलब ये नहीं है कि आप खर्चा घटाओ ही मत। जितनी इनकम है उतने उसके हिसाब से खर्च करो, उससे फालतू मत कर करो। चादर के हिसाब से पैर फुलाओ, जो मेरे मोंगा जी ने 2-4 एंसेस्टर तक किया उसका मतलब ऐ सीगा। वो गल की होया कि जो असी गल्लां इको ही कर रहे हैं पर उदा उन्हें दूसरे पासे लेके गलती नाल मैनूं लगदा चले गया। खर्चा घटाओ डजंट मीन कि तुसीं इनकम ना बढ़ाओ। और तुसीं कहो जी असीं खर्चा बढ़ा देंगे तो इनकम बढ़ जाएगी। आई डोंट एग्री विद दैट।
ओके, एक व्यूज में पंकज युद्धवीर जी, ਇੱਕ ਪੰਕਜ ਜੀ ਦੇ ਛੋਟੇ ਵਿਊਜ਼ ਆਣਾ 30 ਸੈਕਿੰਡ। ਪੰਕਜ ਜੀ ਤੁਸੀਂ ਫਾਈਨੈਂਸ਼ੀਅਲ ਦੀ ਬਹੁਤ ਅੱਛੀ ਪਕੜ ਰੱਖਦੇ ਹੋ, ਥੋੜਾ ਜਿਹਾ ਮੈਨੂੰ ਥੋੜਾ ਗਾਈਡ ਕਰੋ। ਅੰਟਿਲ ਗ੍ਰੇਡ 12 ਜੋ ਆਪਾਂ ਸਾਰੀ ਲਾਈਫ ਸਟਰਗਲ ਕਰਦੇ ਆ ਫਾਈਨਾਂਸ ਨਾਲ ਜਾਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ, ਗ੍ਰੇਡ 12 ਤੱਕ ਸਾਨੂੰ ਫਾਈਨਾਂਸ ਪੜ੍ਹਾਇਆ ਨਹੀਂ ਜਾਂਦਾ। ਤੁਹਾਨੂੰ ਕੀ ਲੱਗਦਾ ਹਾਈ ਸਕੂਲ ਤੱਕ ਸਾਨੂੰ ਫਾਈਨਾਂਸ ਪੜ੍ਹਾਉਣਾ ਜਾਣਾ ਚਾਹੀਦਾ ਤਾਂ ਕਿ ਜੇ ਸਾਡੀ ਬੇਸਿਕ ਡਿਵੈਲਪਮੈਂਟ ਹੋ ਸਕੇ ਗਰਾਊਂਡ ਲੈਵਲ ਤੇ, ਉਹ ਫਾਈਨਾਂਸ ਦੀ ਹਾਈ ਸਕੂਲ ਤੋਂ ਹੀ ਹੋ ਸਕੇ? ਕੀ ਕਹਿਣਾ ਚਾਹੋਗੇ ਪੰਕਜ ਜੀ? 100% ਐਗਰੀ ਕਰਦਾ ਜੀ ਤੁਹਾਡੇ ਨਾਲ। ਇਹ ਚੀਜ਼ਾਂ ਸਾਨੂੰ ਸਕੂਲ 'ਚ ਹੋਣੀਆਂ ਚਾਹੀਦੀਆਂ ਨੇ। ਸਾਡੇ ਵਾਸਤੇ ਫਾਈਨੈਂਸ਼ੀਅਲ ਲਿਟਰੇਸੀ ਵਾਸਤੇ ਸਾਡੇ ਸਬਜੈਕਟ ਹੋਣੇ ਚਾਹੀਦੇ ਨੇ ਸਾਡੇ। ਮੈਂ ਕਈ ਵਾਰੀ ਡਿਸਕਸ ਕਰਦਾ ਹੁੰਦਾ ਮੇਰੀ ਵਾਈਫ ਨਾਲ ਬੈਠੇ, ਅਸੀਂ ਹਿਸਟਰੀ ਪੜ੍ਹਨੀ ਜ਼ਰੂਰੀ ਹੈ। ਆਈ ਨੋ ਹਿਸਟਰੀ ਪੜ੍ਹਨੀ ਜ਼ਰੂਰੀ ਹੈ, ਅਸੀਂ ਵੀ ਸਾਨੂੰ ਪਤਾ ਹੋਵੇ ਹਿਸਟਰੀ, ਲੇਕਿਨ ਹਿਸਟਰੀ ਦੇ ਨਾਲ ਸਾਡੀ ਫਿਊਚਰ 'ਚ ਸਾਡੇ ਫਾਈਨੈਂਸ਼ੀਅਲ ਚੀਜ਼ਾਂ, ਇਹ ਸਾਰੀਆਂ ਚੀਜ਼ਾਂ ਹੋਣਗੀਆਂ, ਉਹ ਵੀ ਸਮਝਾਉਣਾ ਜ਼ਰੂਰੀ ਹੈ ਸਾਨੂੰ ਨਾਲ ਦੀ ਨਾਲ। ਅਸੀਂ ਪਤਾ ਨਹੀਂ ਪੁਰਾਣੇ ਨਾਵਲ ਪੜ੍ਹਦੇ ਰਹਿੰਦੇ ਆ ਲਿਟਰੇਚਰ ਦੇ ਬਹਿ ਕੇ, ਉਹ ਲਿਟਰੇਚਰ ਤਾਂ ਅਸੀਂ ਬਾਅਦ 'ਚ ਵੀ ਪੜ੍ਹ ਸਕਦੇ ਹਾਂ। ਸਾਨੂੰ ਜਿਹੜੀਆਂ ਅੱਜ ਦੀਆਂ ਚੀਜ਼ਾਂ ਨੇ, ਨੈਸੈਸਰੀ ਚੀਜ਼ਾਂ ਨੇ, ਆਉਣ ਵਾਲੇ ਲਾਈਫ 'ਚ ਅਸੀਂ ਕਿਵੇਂ ਜੀਵਾਂਗੇ, ਕਿਵੇਂ ਸੇਵ ਕਰਾਂਗੇ, ਕਿਵੇਂ ਪ੍ਰਾਪਰਟੀਆਂ ਬਣਾਵਾਂਗੇ, ਕਿਵੇਂ ਸਾਨੂੰ ਜੋੜਨਾ ਹੈ, ਸਾਡਾ ਫਿਊਚਰ ਕਿਵੇਂ ਸੇਵ ਹੋ ਸਕਦਾ ਹੈ, ਇਹ ਚੀਜ਼ਾਂ ਬਿਲਕੁਲ ਨਹੀਂ ਹੈਗੀਆਂ ਐਜੂਕੇਸ਼ਨ ਸਿਸਟਮ 'ਚ। ਉਹ ਜ਼ਰੂਰੀ ਨੇ, ਤੁਸੀਂ 100% ਸਹੀ। ਥੈਂਕ ਯੂ ਪੰਕਜ ਜੀ, ਥੈਂਕ ਯੂ ਸੋ ਮਚ। ਥੈਂਕ ਯੂ ਸਰ। ਔਰ ਵਕਤ ਹੋਰ ਇਜਾਜ਼ਤ ਨਹੀਂ ਦੇ ਰਿਹਾ। ਬਾਕੀ ਕਾਲਰਸ ਨੂੰ ਬੇਨਤੀ ਹੈ ਕਿ ਅਸੀਂ ਜੇ ਤੁਸੀਂ ਮਾਈਂਡ ਨਾ ਕਰੋ ਤਾਂ ਨੈਕਸਟ ਵੈਂਸਡੇ ਕਰ ਲਾਂਗੇ, ਬਹੁਤ ਡਿਟੇਲ ਦੇ ਵਿੱਚ ਹਰ ਵੈਂਸਡੇ ਅਸੀਂ ਦੱਸ ਦਈਏ ਕਿ ਪੀਕੇ ਜੀ ਪੰਕਜ ਜੀ ਨਾਲ ਗੱਲ ਹੁੰਦੀ ਹੈ ਸ਼ਾਮ 6:30 ਵਜੇ। ਤੁਸੀਂ ਜ਼ਰੂਰ ਦੇਖਣਾ ਟੀਵੀ ਦੇ ਉੱਤੇ, ਚੈਨਲ ਵਾਈ ਦੇ ਉੱਤੇ ਸਾਰੇ ਡਿਟੇਲ ਦੇ ਵਿੱਚ ਐਨਾਲਿਸਿਸ ਹੋਣਗੇ। ਪੀਕੇ ਜੀ ਜਾਣ ਤੋਂ ਪਹਿਲਾਂ ਐਨੀਥਿੰਗ ਐਲਸ ਯੂ ਵਾਂਟ ਟੂ ਅਨਾਉਂਸ? ਥੈਂਕ ਯੂ ਜੀ। ਫॉर एनी रजिस्टर्ड नीड यू कैन कॉन्टैक्ट मी एनी रजिस्टर्ड नीड। बड़ा चैलेंजिंग टाइम हैगा, जल्दबाजी नहीं करनी बिल्कुल भी। फॉर एनी रजिस्टर्ड नीड और इफ यू वांट टू जॉइन अवर टीम पीके सब्बरवाल मैंने टेक्स्ट मैसेज कर सकते हो, विल कॉन्टैक्ट यू। न्यूज एंड रियलिटी एक्सपर्ट्स दो अगर तुम ज्वाइन करना हैगा ते अंडर माई ट्रेनिंग एंड साढ़े कोल एक्सपर्ट सोशल मीडिया वास्ते भी असी ट्रेनर रखा है अपने कोल। ते 6472994757। आई रिपीट 6472994757, or you can visit teamsabharwal.com. Thank you very much, Yudhvir ji. Thank you, sir. Thank you very much.